Oi, babulé. हेलो हेलो जोर से बोलो, जोर से। हाँ जी सर, सत श्री अकाल। सत श्री अकाल सर, क्या हाल है जी? कृपा जनाब, और सुनाओ, सेहत ठीक है? सर मैं दोनों पासों ट्राई कर रहा है, एक मैंने इधरों भी एंटर करा लो मोबाइल तो भी करांदा जी, एक मिनट करा उमेश कुमार देवरा के नाम मोबाइल तो करना करके लग गई है, चाहे वो किसी होर कारण करके लग गई है, तो तुसी उसਨੂੰ किस तरीके ਦੇ ਨਾਲ ਗੁਜ਼ਾਰਨਾ ਹੈਗਾ। ਸਭ ਤੋਂ ਪਹਿਲਾ ਸਟੈਪ ਤਾਂ ਇਹ ਹੋਣਾ ਚਾਹੀਦਾ ਕਿ ਸਾਡੇ ਕੋਲੋਂ ਫਾਇਰ ਐਕਸਟਿੰਗੁਇਸ਼ਰ ਜਿਹੜੇ ਨੇ, ਅੱਗ ਬੁਝਾਊ ਜਿਹੜੇ ਯੰਤਰ ਨੇ, ਉਹ ਹੋਣੇ ਚਾਹੀਦੇ ਨੇ। ਆਮ ਤੌਰ ਤੇ ਅਸੀਂ ਸਰਕਾਰੀ ਇਮਾਰਤਾਂ ਦੇ ਵਿੱਚ, ਪ੍ਰਾਈਵੇਟ ਹਸਪੀਟਲਸ ਦੇ ਵਿੱਚ ਤਾਂ ਦੇਖਦੇ ਹਾਂ, ਪਰ ਆਪਣੇ ਘਰਾਂ ਦੇ ਵਿੱਚ ਅਸੀਂ ਕੋਈ ਇੰਤਜ਼ਾਮ ਨਹੀਂ ਰੱਖਦੇ। ਸਾਨੂੰ ਚਾਹੀਦਾ ਹੈ ਕਿ ਅਸੀਂ ਆਪਣੇ ਘਰਾਂ ਦੇ ਵਿੱਚ ਇਹਨਾਂ ਦਾ ਉਪਕਰਨਾਂ ਦਾ ਪ੍ਰਯੋਗ ਕਰੀਏ। ਫਿਰ ਵੀ ਅਗਰ ਅੱਗ ਲੱਗ ਜਾਂਦੀ ਹੈ ਤਾਂ ਸਭ ਤੋਂ ਪਹਿਲਾਂ ਅਸੀਂ ਜਿਹੜਾ ਹੈਗਾ ਫੋਨ ਕਰਨਾ ਹੈਗਾ ਫਾਇਰ ਬ੍ਰਿਗੇਡ ਵਾਲਿਆਂ ਨੂੰ। ਫੋਨ ਕਰਨ ਤੋਂ ਬਾਅਦ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਅਸੀਂ ਇਸ ਨੂੰ ਬੁਝਾਉਣ ਵਾਸਤੇ ਜੋ ਵੀ ਸਾਡੇ ਕੋਲ, ਚਾਹੇ ਰੇਤਾ ਹੈ, ਚਾਹੇ ਪਾਣੀ ਹੈ, ਚਾਹੇ ਬੋਰੀਆਂ ਨੇ, ਕਿਸੇ ਵੀ ਚੀਜ਼ ਨਾਲ ਅਸੀਂ ਇਸ ਨੂੰ ਰੋਕਣਾ ਹੈਗਾ। ਕਿਹੜੇ ਫਾਇਰ ਐਕਸਟਿੰਗੁਇਸ਼ਰ ਨੇ ਜਿਹੜੇ ਬੈਸਟ ਰਹਿੰਦੇ ਨੇ? ਹੁਣ ਇਹ ਨਹੀਂ ਹੈਗਾ ਕਿ ਬਿਜਲੀ ਦੇ ਉਪਕਰਨਾਂ ਦੇ ਉੱਤੇ ਅੱਗ ਲੱਗੀ ਹੋਵੇ ਤੇ ਤੁਸੀਂ ਕਿਸੇ ਐਸਾ ਐਕਸਟਿੰਗੁਇਸ਼ਰ ਨੂੰ ਯੂਜ਼ ਕਰ ਲਵੋ ਜਿਹੜਾ ਕਿ ਹੋਰ ਜ਼ਿਆਦਾ ਨੁਕਸਾਨ ਹੋ ਜਾਵੇ। ਤਾਂ ਇਹਦੇ ਵਿੱਚ ਇਹ ਲਿਖੇ ਹੋਏ ਨੇ ਵੀ ਕਿਤੇ ਕਿਤੇ ਕਿਹੜੀ ਕਿਹੜੀ ਚੀਜ਼ ਦੇ ਉੱਤੇ ਇਸ ਦਾ ਤੁਸੀਂ ਪ੍ਰਯੋਗ ਕਰਨਾ ਹੈਗਾ। ਇਹ ਤੁਸੀਂ ਦੇਖ ਕੇ ਲੈਣਾ ਹੈ। ਅਗਰ ਤੁਸੀਂ ਸਪੋਜ਼ਿੰਗਲੀ ਕਿਸੇ ਐਸੀ ਫੈਕਟਰੀ ਦੇ ਵਿੱਚ ਕੰਮ ਕਰਦੇ ਹੋ, ਕਿਸੇ ਐਸੀ ਫੈਕਟਰੀ ਦੇ ਵਿੱਚ ਕੰਮ ਕਰਦੇ ਹੋ ਜਿੱਥੇ ਕਿ ਬਿਜਲੀ ਦੇ ਉਪਕਰਨ ਨੇ, ਤਾਂ ਤੁਸੀਂ ਉੱਥੇ ਉਸ ਤਰੀਕੇ ਦਾ ਹੀ ਫਾਇਰ ਐਕਸਟਿੰਗੁਇਸ਼ਰ ਨੂੰ ਹੈ ਜਿਹੜਾ ਯੂਜ਼ ਕਰਨਾ ਹੈਗਾ। ਸੇਫਟੀ ਜਿਹੜੀ ਹੈਗੀ ਹੈ ਇਹ ਫੁੱਲ ਟਾਈਮ ਜੋਬ ਹੈ। ਇਹ ਨਹੀਂ ਹੈਗਾ ਕਿ ਸਿਰਫ ਤੁਸੀਂ ਥੋੜੀ ਦੇਰ ਸੇਫਟੀ ਯੂਜ਼ ਕਰਨੀ ਹੈ ਉਸ ਤੋਂ ਬਾਅਦ ਤੁਸੀਂ ਭੁੱਲ ਜਾਣਾ, ਨਹੀਂ, ਐਸਾ ਕੁਝ ਨਹੀਂ ਕਰਨਾ ਹੈਗਾ। ਸੇਫਟੀ ਨੂੰ ਆਪਾਂ ਨੇ ਹਰ ਟਾਈਮ ਯੂਜ਼ ਕਰਨਾ ਹੈਗਾ ਤਾਂ ਕਿ ਕਿਸੇ ਤਰੀਕੇ ਦੀ ਕੋਈ ਦੁਰਘਟਨਾ ਨਾ ਹੋਵੇ। ਇਸ ਇਮੇਜ ਦੇ ਵਿੱਚ 10 ਤਰ੍ਹਾਂ ਦੇ ਜਿਹੜੇ ਰੂਲ ਨੇ ਉਹ ਤੁਸੀਂ ਫੋਲੋ ਕਰਨੇ ਨੇ ਵਰਕ ਪਲੇਸਿਸ ਦੇ ਉੱਪਰ। ਸਭ ਤੋਂ ਪਹਿਲਾਂ ਤਾਂ ਤੁਸੀਂ ਦੇਖੋ, ਖੁਦ ਹੀ ਰਿਸਪੌਂਸੀਬਲ ਹੋ ਆਪਣੀ ਸੇਫਟੀ ਵਾਸਤੇ। ਜੇ ਤੁਸੀਂ ਆਪ ਸੇਫਟੀ ਯੂਜ਼ ਕਰੋਗੇ ਤਾਂ ਹੀ ਤੁਸੀਂ ਅਗਲਿਆਂ ਨੂੰ ਕਰਾ ਪਾਓਗੇ। ਹਰ ਤਰ੍ਹਾਂ ਦੇ ਐਕਸੀਡੈਂਟ ਤੋਂ ਬਚਿਆ ਜਾ ਸਕਦਾ ਜੇਕਰ ਅਸੀਂ ਕੁਝ ਜਿਹੜੀਆਂ ਨੇ ਆਪਣਾ ਸੇਫਟੀਜ਼ ਨੂੰ ਅਸੀਂ ਯੂਜ਼ ਕਰ ਲਈਏ। ਹੁਣ ਦੇਖੋ, ਜੇ ਤੁਸੀਂ ਟ੍ਰੇਨਡ ਨਹੀਂ ਹੋ ਤਾਂ ਤੁਸੀਂ ਉਸਨੂੰ ਕਦੇ ਵੀ ਮਸ਼ੀਨ ਨੂੰ ਯੂਜ਼ ਨਾ ਕਰੋ ਜਦ ਤੱਕ ਕਿ ਤੁਹਾਨੂੰ ਪੂਰੀ ਨੌਲੇਜ ਨਾ ਹੋਵੇ ਉਸ ਮਸ਼ੀਨ ਨੂੰ ਚਲਾਉਣ ਬਾਰੇ। ਜਿਹੜੇ ਤੁਹਾਡੇ ਟੂਲਸ ਹੈ, ਕਿਟਸ ਨੇ, ਚਾਬੀਆਂ, ਪਾਨੇ ਜਿਹੜੇ ਤੁਸੀਂ ਯੂਜ਼ ਕਰਨੇ ਉਹ ਪੂਰੀ ਤਰ੍ਹਾਂ ਨਾਲ ਟਾਈਟ ਹੋਣੇ ਚਾਹੀਦੇ ਨੇ। ਹਰੇਕ ਤਰ੍ਹਾਂ ਦੇ ਰਿਸਕ ਨੂੰ ਤੁਹਾਨੂੰ ਪਹਿਲੇ ਪਛਾਣਨਾ ਚਾਹੀਦਾ ਵੀ ਆਉਣ ਵਾਲੇ ਅਗਰ ਮੈਂ ਐਵੇਂ ਨਹੀਂ ਕਰਾਂਗਾ ਤਾਂ ਕਿਆ ਮੈਨੂੰ ਇਸ ਦੇ ਨੁਕਸਾਨ ਹੋ ਸਕਦੇ ਨੇ। 7ਵਾਂ ਪੁਆਇੰਟ ਫਿਰ ਇਹਦੇ ਵਿੱਚ ਲਿਖਿਆ ਹੋਇਆ ਕਿ ਲੂਜ਼ ਕੱਪੜੇ ਨਾ ਪਾਓ, ਸਲਿੱਪਰੀ ਜਿਹੜੀਆਂ ਚੱਪਲਾਂ ਨਾ ਪਾਓ, ਵੀ ਸ਼ੇਪ ਚੱਪਲ ਦਾ ਤੁਸੀਂ ਪ੍ਰਯੋਗ ਨਾ ਕਰੋ ਕਿਉਂਕਿ ਇਹਦੇ ਨਾਲ ਤੁਹਾਡੇ ਤਿਲਕਣ ਦਾ, ਗਿਰਨ ਦਾ ਤੁਹਾਡਾ ਪੂਰਾ ਖਤਰਾ ਰਹਿੰਦਾ ਹੈ। ਔਰ PPE ਕਿਟਸ ਜਿਹੜੀਆਂ ਨੇ ਉਹਦਾ ਤੁਸੀਂ ਪ੍ਰਯੋਗ ਕਰਨਾ ਹੈ। PPE ਕਿਟਸ ਨੂੰ ਇੱਕ ਤਾਂ ਹਸਪੀਟਲਸ ਦੇ ਵਿੱਚ ਕਰੋਨਾ ਕਰਕੇ ਵੀ ਚੱਲ ਰਹੀਆਂ ਨੇ, ਉਹ ਵਾਲੀਆਂ ਕਿਟਸ ਨਹੀਂ ਮੈਂ ਕਹਿ ਰਿਹਾ। ਇੱਥੇ ਤੁਹਾਨੂੰ ਦੂਸਰੀਆਂ ਸਿੰਪਲ ਕਿਟਸ ਨੇ ਜਿਹੜੀਆਂ ਕਿ ਤੁਸੀਂ ਪਿਕਚਰ ਦੇ ਵਿੱਚ ਦੇਖ ਰਹੇ ਹੋ। ਇਸ ਤਰੀਕੇ ਦੀਆਂ ਕਿਟਸ ਫੈਕਟਰੀਆਂ ਦੇ ਵਿੱਚ ਕੰਮ ਦੇ ਅਕੋਰਡਿੰਗ ਤੁਸੀਂ ਯੂਜ਼ ਕਰਨੀਆਂ ਨੇ। ਹੁਣ ਮੇਨ ਕਾਰਨ ਕੀ ਹੈ ਐਕਸੀਡੈਂਟ ਦੇ? ਦੇਖੋ, ਸਭ ਤੋਂ ਪਹਿਲਾ ਕਾਰਨ ਤਾਂ ਹੁੰਦਾ ਹੈ ਕਿਸੇ ਵੀ ਚੀਜ਼ ਦੀ ਇਗਨੋਰੈਂਸ, ਅਗਿਆਨਤਾ।
ਵੀ ਸਾਨੂੰ ਮਸ਼ੀਨ ਚਲਾਣੀ ਆਉਂਦੀ ਨਹੀਂ ਸੀ, ਅਸੀਂ ਉਸ ਮਸ਼ੀਨ ਦੇ ਸਿੱਧੇ ਖੜੇ ਹੋ ਕੇ ਕੰਮ ਕਰਨਾ ਜਿਹੜਾ ਸਟਾਰਟ ਕਰ ਦਿੱਤਾ ਹੈਗਾ, ਜਾਂ ਸਾਨੂੰ ਕੋਈ ਟੂਲਸ ਜਿਹੜੇ ਨੇ ਉਹਨਾਂ ਦਾ ਯੂਜ਼ ਨਹੀਂ ਆਉਂਦਾ ਸੀ, ਅਸੀਂ ਉਹਨਾਂ ਟੂਲਸ ਨੂੰ ਜਿਹੜਾ ਹੈ ਯੂਜ਼ ਕਰਨਾ ਸ਼ੁਰੂ ਕਰ ਦਿੱਤਾ। ਇੰਪਰੋਪਰ ਕਲੋਥਿੰਗ ਜਿਹੜਾ ਇੱਕ ਬਹੁਤ ਕਾਮਨ ਕਾਜ਼ ਹੈਗਾ, ਬਹੁਤ ਆਮ ਕਾਰਨ ਹੈਗਾ, ਜਗ੍ਹਾ ਜਗ੍ਹਾ ਤੇ ਇਹ ਵਾਲਾ ਸਾਨੂੰ ਦੇਖਣ ਨੂੰ ਮਿਲਦਾ ਹੈਗਾ, ਜਿਸ ਦੇ ਕਰਕੇ ਬਾਰ-ਬਾਰ ਇਸ ਤਰੀਕੇ ਦੇ ਜਿਹੜੇ ਐਕਸੀਡੈਂਟ ਹੁੰਦੇ ਨੇ। ਇਸ ਕਰਕੇ ਕਦੇ ਵੀ ਇੰਪਰੋਪਰ ਕਲੋਥਿੰਗ ਨਾ ਕਰੋ, ਖੁੱਲੇ ਕੱਪੜੇ ਨਾ ਪਾਓ, ਕਦੇ ਚੱਪਲਾਂ ਪਾ ਕੇ ਕੰਮ ਤੇ ਨਾ ਜਾਓ। ਓਵਰ ਟਾਈਮ ਤੀਸਰਾ ਕਾਰਨ ਹੈਗਾ, ਓਵਰ ਟਾਈਮ ਵੀ ਇੱਕ ਐਕਸੀਡੈਂਟ ਦਾ ਕਾਰਨ ਹੈ। ਹੁਣ ਕਿਆ ਹੁੰਦਾ ਹੈ ਕਿ ਕਈ ਵਾਰੀ ਕਿਸੇ ਦੀ ਮੰਨ ਲਓ ਸੈਲਰੀ ਘੱਟ ਹੈ, ਉਹ ਸੋਚਦਾ ਹੈ ਕਿ ਚਲ ਕਿਉਂ ਨਾ ਮੈਂ ਅੱਜ ਓਵਰ ਟਾਈਮ ਲਗਾ ਕੇ ਹੋਰ ਪੈਸੇ ਕਮਾ ਲਵਾਂ, ਜਾਂ ਕਈ ਵਾਰੀ ਫੈਕਟਰੀ ਮਾਲਕ ਹੀ ਓਵਰ ਟਾਈਮ ਲਗਵਾਉਣ ਦੇ ਵਿੱਚ ਇੰਟਰਸਟਿਡ ਹੁੰਦੇ ਨੇ, ਉਹ ਜਾਣਬੁੱਝ ਕੇ ਕਿਸੇ ਤੋਂ ਓਵਰ ਟਾਈਮ ਲਗਵਾ ਲੈਂਦੇ ਨੇ। ਓਵਰ ਟਾਈਮ ਲਗਵਾਉਣ ਨਾਲ ਕਿਆ ਹੁੰਦਾ ਹੈ ਕਿ ਦੇਖੋ ਇੱਕ ਵਿਅਕਤੀ ਦੀ ਸਮਰੱਥਾ ਹੈ ਕਿ ਉਹ 8 ਘੰਟੇ ਕੰਮ ਕਰ ਸਕਦਾ ਹੈ, 9 ਘੰਟੇ ਕੰਮ ਕਰ ਸਕਦਾ ਹੈ, ਤਾਂ ਓਵਰ ਟਾਈਮ ਦੇ ਵਿੱਚ ਕਿਆ ਹੁੰਦਾ ਹੈ ਕਿ ਉਹ ਥੱਕ ਜਾਂਦਾ ਹੈ, ਥੱਕਣ ਤੋਂ ਬਾਅਦ ਉਸਨੂੰ ਨੀਂਦ ਆਉਣ ਲੱਗ ਜਾਂਦੀ ਹੈ। ਤੁਸੀਂ ਜ਼ਿਆਦਾਤਰ ਦੇਖਿਆ ਹੋਵੇਗਾ ਜਿਹੜੇ ਐਕਸੀਡੈਂਟ ਹੁੰਦੇ ਨੇ, ਜ਼ਿਆਦਾਤਰ ਜਿਹੜੇ ਰੋਡ ਐਕਸੀਡੈਂਟ ਹੁੰਦੇ ਨੇ ਟਰੱਕ ਨਾਲ ਜਾਂ ਬੱਸ ਨਾਲ, ਉਹ ਅਰਲੀ ਹੁੰਦੇ ਨੇ, ਸਵੇਰੇ 2 ਤੋਂ ਲੈ ਕੇ 4 ਵਜੇ ਦੇ ਦੌਰਾਨ, ਕਿਉਂਕਿ ਉਸ ਟਾਈਮ ਆਪਾਂ ਨੂੰ ਜਿਹੜੀ ਨੀਂਦ ਆ ਰਹੀ ਹੁੰਦੀ ਹੈ ਨੈਚੁਰਲ ਵੇ ਦੇ ਵਿੱਚ ਸਭ ਤੋਂ ਜ਼ਿਆਦਾ ਹੁੰਦੀ ਹੈ। 2 ਤੋਂ 4 ਵਜੇ ਦਾ ਜਿਹੜਾ ਟਾਈਮ ਹੈ ਉਹ ਨੀਂਦ ਲਈ ਸਭ ਤੋਂ ਜ਼ਿਆਦਾ ਗਹਿਰੀ ਨੀਂਦ ਉਸੇ ਟਾਈਮ ਆਉਂਦੀ ਹੈ, ਇਸੇ ਟਾਈਮ ਹੀ ਐਕਸੀਡੈਂਟ ਜ਼ਿਆਦਾ ਹੁੰਦੇ ਨੇ। ਇਸ ਕਰਕੇ ਓਵਰ ਟਾਈਮ ਤੋਂ ਜਿਹੜਾ ਹੈ ਪਰਹੇਜ਼ ਕੀਤਾ ਜਾਵੇ। ਜਿੰਨੇ ਵੀ ਸੁਪਰਵਾਈਜ਼ਰ ਨੇ ਜਾਂ ਜਿਹੜੇ ਲੇਬਰਰ ਨੇ ਉਹ ਇਸ ਨੂੰ ਨਾ ਕਰਨ। क्यूरियोसिटी माने उत्सुकता। कई बारी क्या होता है कि कोई नवी मशीन आ गई फैक्ट्री ਦੇ ਵਿੱਚ, कई बारी लेबर की करती है जानबूझ के, हजे ਉਹਨੂੰ क्यूरियोसिटी ਹੁੰਦੀ ਹੈ कि मैं ਪਹਿਲਾਂ ਚਲਾ ਕੇ ਦੇਖ ਲਵਾਂ ਮਸ਼ੀਨ ਨੂੰ, ਮੈਂ ਚਲਾ ਕੇ ਦੇਖ ਲਵਾਂ ਵੀ ਕੈਸੀ ਮਸ਼ੀਨ ਹੈ। ਉਹਦੀ ਪੂਰੀ ਅਸੀਂ ਜਾਣਕਾਰੀ ਨਹੀਂ ਲਈ ਉਸ ਮਸ਼ੀਨ ਦੇ ਬਾਰੇ ਵਿੱਚ ਤੇ ਸਾਡਾ ਜਿਹੜਾ ਐਕਸੀਡੈਂਟ ਹੋ ਗਿਆ। ਉਸ ਤੋਂ ਬਾਅਦ ਹੁੰਦਾ ਹੈ ਓਵਰ ਕੌਨਫੀਡੈਂਸ। ਕਈ ਵਾਰੀ ਲੇਬਰ ਨੂੰ ਓਵਰ ਕੌਨਫੀਡੈਂਸ ਹੋ ਜਾਂਦਾ ਹੈ ਕਿ ਨਹੀਂ ਜੀ ਮੈਨੂੰ ਤਾਂ ਬਹੁਤ ਅੱਛੀ ਤਰ੍ਹਾਂ ਮਸ਼ੀਨ ਚਲਾਣੀ ਆਉਂਦੀ ਹੈ, ਪਰ ਕਿਉਂਕਿ ਜਿਹੜੀਆਂ ਫੀਚਰਸ ਨੇ ਉਹ ਅਲੱਗ-ਅਲੱਗ ਤਰ੍ਹਾਂ ਦੀਆਂ ਹੁੰਦੀਆਂ ਨੇ, ਕਈ ਵਾਰੀ ਲੇਬਰ ਨੇ ਪੂਰੀ ਸੇਫਟੀ ਪ੍ਰੀਕਾਸ਼ਨ ਨਹੀਂ ਲਈ ਹੁੰਦੀ ਤੇ ਉਹ ਜਿਹੜਾ ਐਕਸੀਡੈਂਟ ਦਾ ਕਾਰਨ ਬਣ ਜਾਂਦੀ ਹੈ। ਉਸ ਤੋਂ ਬਾਅਦ ਹੈਗਾ ਲੈਕ ਆਫ ਇੰਟਰਸਟ। ਹੁਣ ਕਈ ਵਾਰੀ ਸਾਡੀ ਕੰਮ ਦੇ ਵਿੱਚ ਰੁਚੀ ਨਹੀਂ ਹੁੰਦੀ, ਅਸੀਂ ਜ਼ਬਰਦਸਤੀ ਉਸ ਕੰਮ ਨੂੰ ਕਰ ਰਹੇ ਹੁੰਦੇ ਹਾਂ। ਸਾਨੂੰ ਮਸ਼ੀਨ ਚਲਾਣੀ ਆਉਂਦੀ ਨਹੀਂ ਹੈ, ਸਾਨੂੰ ਵੈਲਡਿੰਗ ਕਰਨੀ ਆਉਂਦੀ ਨਹੀਂ ਹੈ, ਅਸੀਂ ਬਸ ਉਹਦੇ ਕੰਮ ਤੇ ਲੱਗੇ ਹੋਏ ਹਾਂ, ਅਸੀਂ ਕਰ ਰਹੇ ਹਾਂ। ਜਦੋਂ ਸਾਡਾ ਲੈਕ ਆਫ ਇੰਟਰਸਟ ਹੁੰਦਾ ਤਾਂ ਉਸ ਟਾਈਮ ਵੀ ਐਕਸੀਡੈਂਟ ਹੋਣ ਦੇ ਜਿਹੜੇ ਨੇ ਕਾਰਨ ਹੁੰਦੇ ਨੇ। ਸਰਾਊਂਡਿੰਗ ਐਂਡ ਇਨਵਾਇਰਨਮੈਂਟ। ਕਈ ਵਾਰੀ ਸਾਨੂੰ ਕੋਈ ਐਸਾ ਵਾਤਾਵਰਨ ਉੱਥੇ ਮਿਲ ਜਾਂਦਾ ਫੈਕਟਰੀ ਦੇ ਵਿੱਚ, ਕੋਈ ਸ਼ੋਰ ਸ਼ਰਾਬਾ ਹੁੰਦਾ ਜਿਸ ਕਰਕੇ ਵੀ ਅਸੀਂ ਨਹੀਂ ਉਸ ਦੇ ਉੱਤੇ ਕੰਮ ਸਹੀ ਕਰ ਪਾਉਂਦੇ। ਕੋਈ ਉੱਥੇ ਖੜੇ ਮਜ਼ਾਕਾਂ ਕਰੀ ਜਾਂਦੇ ਆ ਲੇਬਰ, ਇੱਕ ਦੂਜੇ ਨਾਲ ਬੇਧਿਆਨੇ ਹੋ ਜਾਂਦੇ ਨੇ, ਜਿਸ ਕਰਕੇ ਜਿਹੜਾ ਹੈ ਐਕਸੀਡੈਂਟ ਹੋ ਜਾਂਦੇ ਨੇ। ਉਸ ਤੋਂ ਇਲਾਵਾ ਇੱਕ ਕਾਰਨ ਹੈਗਾ ਕਿ ਕੰਪਲੀਟ ਦੀ ਵਰਕ ਸਪੀਡਲੀ, ਕਿ ਕੰਮ ਨੂੰ ਬਹੁਤ ਛੇਤੀ ਕਰਨ ਦੀ ਕਈਆਂ ਦੀ ਆਦਤ ਹੁੰਦੀ ਹੈ। ਕਿਸੇ ਨੂੰ ਕੰਮ ਦੇ ਦਿਓ ਜਿਹੜਾ ਕੰਮ 10 ਮਿੰਟ ਦਾ ਹੋਏਗਾ 5 ਮਿੰਟ ਚ ਕਰਕੇ ਪਾਸੇ ਕਰੇਗੇ। ਉਹ ਕੀ ਕਰਦੇ ਨੇ ਵੀ ਫਟਾਫਟ ਕੰਮ ਖਤਮ ਕਰੋ, ਕਿਉਂਕਿ ਫੈਕਟਰੀਆਂ ਦੇ ਵਿੱਚ ਟਾਰਗੇਟਸ ਮਿਲਦੇ ਨੇ। ਟਾਰਗੇਟ ਮਿਲ ਗਿਆ ਵੀ ਹਾਂ ਵੀ ਤੁਸੀਂ ਇੰਨੀਆਂ ਜਿਹੜੀਆਂ ਹੈ ਕਮੀਜ਼ਾਂ ਸੀਣੀਆਂ ਨੇ, ਸਪੋਜ਼ ਕਰੋ, ਉਹ ਫਟਾਫਟ ਸੀਣ ਦੀ ਕੋਸ਼ਿਸ਼ ਕਰਨਗੇ। ਉਹ ਜਲਦੀਬਾਜ਼ੀ ਦੇ ਵਿੱਚ ਜਿਹੜਾ ਹੈਗਾ ਉਹ ਐਕਸੀਡੈਂਟ ਕਰਾ ਰਿਹਾ। ਉਸ ਤੋਂ ਬਾਅਦ ਇਨਡਿਸਿਪਲਿਨ। ਇਹ ਤਾਂ ਹਰੇਕ ਜਗ੍ਹਾ ਤੇ ਕਾਰਨ ਹੈ, ਚਾਹੇ ਉਹ ਕੋਈ ਵੀ ਥਾਂ ਹੋਵੇ, ਗੇਮ ਹੋਵੇ, ਚਾਹੇ ਕਿਸੇ ਤਰ੍ਹਾਂ ਦੇ ਕੁਝ ਫੈਕਟਰੀਆਂ ਹੋਣ, ਜਿੱਥੇ ਇਨਡਿਸਿਪਲਿਨ ਹੋਏਗਾ ਉੱਥੇ ਹਮੇਸ਼ਾ ਐਕਸੀਡੈਂਟ ਦੇ ਚਾਂਸਿਸ ਜ਼ਿਆਦਾ ਹੋਣਗੇ। ਜਦੋਂ ਤੁਸੀਂ ਨਿਯਮਾਵਲੀ ਦੇ ਵਿੱਚ ਨਹੀਂ ਚੱਲੋਗੇ ਤਾਂ ਤੁਹਾਨੂੰ ਉੱਥੇ ਜਿਹੜਾ ਜ਼ਿਆਦਾ ਨੁਕਸਾਨ ਝੇਲਣਾ ਪਏਗਾ। ਕੰਡੀਸ਼ਨਸ ਆਫ ਟੂਲਸ ਵੀ ਬੜਾ ਕੁਝ ਨਿਰਭਰ ਕਰਦੀਆਂ। ਅਗਰ ਤੁਹਾਡੇ ਜਿਹੜੇ ਟੂਲਸ ਹੈ, ਪਲੱਗ ਪਾਣੇ ਹੈ, ਜਿਹੜੇ ਤੁਹਾਡੇ ਪਲਾਸ ਹੈ, ਚਾਬੀਆਂ ਨੇ, ਅਗਰ ਉਹ ਪੁਰਾਣੀਆਂ ਨੇ, ਆਊਟਡੇਟਿਡ ਹੋ ਚੁੱਕੀਆਂ ਨੇ, ਤਾਂ ਉਹ ਵੀ ਇੱਕ ਐਕਸੀਡੈਂਟ ਦਾ ਕਾਰਨ ਬਣਦੀਆਂ ਨੇ, ਜਿਸ ਕਰਕੇ ਕਿ ਐਕਸੀਡੈਂਟ ਸਾਨੂੰ ਦੇਖਣੇ ਪੈ ਸਕਦੇ ਆ। ਫਾਲਟੀ ਵਾਇਰਿੰਗ। ਇਹਦੇ ਵਿੱਚ ਕਿਆ ਹੁੰਦਾ ਹੈ ਕਿ ਜਿਹੜੀ ਮਸ਼ੀਨ ਹੈਗੀ ਆ ਉਸਦੇ ਉੱਤੇ ਜਿਹੜੀ ਵਾਇਰਿੰਗ ਕੀਤੀ ਹੋਈ ਆ ਉਹ ਗਲਤ ਤਰੀਕੇ ਦੀ ਕੀਤੀ ਹੁੰਦੀ ਹੈ। ਅਗਰ ਗਲਤ ਵਾਇਰਿੰਗ ਹੋਏਗੀ, ਉਹ ਗਲਤ ਲੋਡ ਲੈ ਲੇਗੀ, ਤਾਂ ਜਿਸ ਕਰਕੇ ਐਕਸੀਡੈਂਟ ਹੋ ਜਾਏਗਾ। ਜਾਂ ਤੁਹਾਡੇ ਜਿਹੜੇ ਕਨੈਕਸ਼ਨਸ ਨੇ ਅਗਰ ਉਹ ਲੂਜ਼ ਹੋਣਗੇ, ਅਰਥਿੰਗ ਠੀਕ ਨਹੀਂ ਹੋਏਗੀ, ਤਾਂ ਇਹ ਜਿਹੜਾ ਹੈ ਐਕਸੀਡੈਂਟ ਦਾ ਕਾਰਨ ਬਣੇਗਾ। ਉਸ ਤੋਂ ਬਾਅਦ ਹੈਗਾ ਬੈਡ ਪਲਾਨਿੰਗ। ਅਗਰ ਤੁਸੀਂ ਕੰਮ ਕਰਨ ਤੋਂ ਪਹਿਲਾਂ ਕੋਈ ਉਹਦੀ ਅੱਛੀ ਪਲਾਨਿੰਗ ਨਹੀਂ ਕੀਤੀ ਤਾਂ ਵੀ ਤੁਹਾਨੂੰ ਜਿਹੜਾ ਹੈ ਐਕਸੀਡੈਂਟ ਜਿਹੜਾ ਹੈਗਾ ਝੱਲਣਾ ਪੈ ਸਕਦਾ ਹੈ। ਕਈ ਵਾਰੀ ਕੋਈ ਲੇਬਰ ਦੀ ਕਪੈਸਿਟੀ ਨਹੀਂ ਹੁੰਦੀ ਕਿ ਉਹ 100 ਕਿਲੋ ਦੀ ਬੋਰੀ ਚੱਕ ਲੇਗਾ। ਜੇ ਉਸ ਤੋਂ ਤੁਸੀਂ 50 ਕਿਲੋ ਦੀ ਕਪੈਸਿਟੀ ਵਾਲੇ ਬੰਦੇ ਤੋਂ 80 ਕਿਲੋ 100 ਕਿਲੋ ਦੀ ਬੋਰੀ ਚੁਕਾ ਲਈ ਤਾਂ ਫਿਰ ਉਹ ਐਕਸੀਡੈਂਟ ਦਾ ਕਾਰਨ ਹੀ ਬਣੇਗਾ। ਇਸ ਤੋਂ ਇਲਾਵਾ ਜਿਹੜੀਆਂ ਸਾਡੀਆਂ ਫੈਕਟਰੀਜ਼ ਨੇ ਉੱਥੇ ਕਈ ਵਾਰੀ ਕਿਆ ਹੁੰਦਾ ਹੈ
कि ਜਿਹੜੇ ਪੱਟੇ ਨੇ, ਬੈਲਟਾਂ ਨੇ, ਘੁੰਮਦੀਆਂ ਹੋਈਆਂ ਜਿਹੜੀਆਂ ਗਰਾਰੀਆਂ ਦੇ ਦੰਦੇ ਨੇ, ਇਹ ਸਾਰੀਆਂ ਚੀਜ਼ਾਂ ਅਗਰ ਲੂਜ਼ ਹੋਣਗੀਆਂ ਤਾਂ ਉੱਥੇ ਐਕਸੀਡੈਂਟ ਹੋਣ ਦੇ ਚਾਂਸਸ ਜ਼ਿਆਦਾ ਰਹਿਣਗੇ। ਇਸ ਤੋਂ ਬਾਅਦ ਆਉਂਦੀ ਹੈ ਫਸਟ ਏਡ। ਅਗਰ ਚਲੋ ਕਿਤੇ ਖੁਦਾ ਨਾ ਖਾਸਤਾ ਕੋਈ ਐਕਸੀਡੈਂਟ ਹੋ ਜਾਂਦਾ ਹੈਗਾ, ਅਗਰ ਐਕਸੀਡੈਂਟ ਹੋ ਜਾਂਦਾ ਹੈਗਾ ਤਾਂ ਫਸਟ ਏਡ ਤੁਸੀਂ ਕਿਸ ਤਰੀਕੇ ਦੇਣੀ ਹੈ, ਫਸਟ ਏਡ ਤੁਸੀਂ ਕਿਵੇਂ ਦੇਣੀ ਹੈ, ਉਹ ਇਹਦੇ ਵਾਸਤੇ ਤੁਹਾਨੂੰ ਇੱਕ ਫਸਟ ਏਡ ਬੈਗ ਬਣਾ ਕੇ ਰੱਖਣਾ ਚਾਹੀਦਾ। ਫਸਟ ਏਡ ਬੈਗ ਦੇ ਵਿੱਚ ਕੀ ਹੈਗਾ ਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਕਿ ਤੁਸੀਂ ਦੇਖ ਪਾ ਰਹੇ ਹੋ, ਜਿਹਦੇ ਵਿੱਚ ਕਿ ਦੇਖੋ ਇੱਕ ਅਸੀਂ ਬੈਂਡੇਡ ਰੱਖੀ ਹੋਈ ਹੈ, ਅਸੀਂ ਲਿਕੁਇਡਸ ਰੱਖੇ ਹੋਏ ਨੇ, ਇਹ ਸਾਰੀਆਂ ਚੀਜ਼ਾਂ, ਔਜ਼ਾਰ ਹੋ ਗਿਆ, ਕੋਈ ਥਰਮਾਮੀਟਰ ਹੋ ਗਿਆ, ਕੈਂਚੀ ਹੋ ਗਈ, ਪੱਟੀ ਹੋ ਗਈ, ਇਹ ਸਾਨੂੰ ਚੀਜ਼ਾਂ ਉੱਥੇ ਰੱਖਣੀਆਂ ਚਾਹੀਦੀਆਂ ਫੈਕਟਰੀ ਦੇ ਵਿੱਚ। ਐ ਨਹੀਂ ਹੈਗਾ ਕਿ ਪਹਿਲੇ ਨੁਕਸਾਨ ਹੋ ਜਾਵੇ ਅਸੀਂ ਉਸ ਤੋਂ ਬਾਅਦ ਸਮਾਨ ਖਰੀਦਾਂਗੇ, ਨਹੀਂ, ਐਸਾ ਕੁਛ ਨਾ ਕਰੋ। ਅਸੀਂ ਐਜ਼ ਏ ਸੁਪਰਵਾਈਜ਼ਰ ਜਾਂ ਐਜ਼ ਏ ਵਰਕਰ ਉੱਥੇ ਜਿਹੜਾ ਹੈ ਫਸਟ ਏਡ ਬਾਕਸ ਪਹਿਲਾਂ ਦੇਖ ਕੇ ਰੱਖੀਏ ਵੀ ਕਿੱਥੇ ਫਸਟ ਏਡ ਬਾਕਸ ਰੱਖਿਆ ਹੋਇਆ ਹੈ, ਸਾਨੂੰ ਉਹਦੀ ਕਿਸੇ ਵੀ ਟਾਈਮ ਲੋੜ ਪੈ ਸਕਦੀ ਹੈ। ਉਹਦੇ ਵਿੱਚ ਜੇ ਸਾਨੂੰ ਅੱਗ ਲੱਗਦੀ ਹੈ ਤਾਂ ਉਹਦੇ ਵਿੱਚ ਬਰਨੋਲ ਹੋਣੀ ਚਾਹੀਦੀ ਹੈ, ਜੇ ਕਟਿੰਗ ਹੁੰਦੀ ਹੈ ਤਾਂ ਬੈਡ ਏਡ, ਛੋਟੀ ਮੋਟੀ ਇਹੋ ਜਿਹੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਕਿ ਸਾਨੂੰ ਦੌੜਨਾ ਨਾ ਪਵੇ ਕਿਤੇ। ਆਪਣੇ ਘਰਾਂ ਦੇ ਵਿੱਚ ਵੀ ਸਾਨੂੰ ਧਿਆਨ ਰੱਖਣਾ ਚਾਹੀਦਾ ਕਿ ਇਹ ਚੀਜ਼ਾਂ ਸਾਨੂੰ ਰੱਖਣੀਆਂ ਚਾਹੀਦੀਆਂ। ਘਰ ਦੇ ਵਿੱਚ ਆਪਾਂ ਨੂੰ ਕੋਈ ਨਾ ਕੋਈ ਐਸਾ ਛੋਟਾ ਜਿਹਾ ਡੱਬਾ ਜਿਹਦੇ ਵਿੱਚ ਕਿ ਥਰਮਾਮੀਟਰ ਹੋ ਗਿਆ, ਬੁਖਾਰ ਦੀ ਦਵਾਈ ਹੋ ਗਈ, ਸਿਰ ਦਰਦ ਦੀ ਦਵਾਈ ਹੋ ਗਈ, ਇਹ ਸਾਨੂੰ ਚੀਜ਼ਾਂ ਹਰ ਟਾਈਮ ਰੱਖਣੀਆਂ ਚਾਹੀਦੀਆਂ ਕਿਉਂਕਿ ਕਿਸੇ ਵੀ ਟਾਈਮ ਕੋਈ ਆਪਣਾ ਨੁਕਸਾਨ ਹੋ ਸਕਦਾ ਹੈਗਾ। ਅਗਰ ਸਪੋਜ਼ ਕਰੋ ਕਿ ਤੁਹਾਨੂੰ ਕਿਤੇ ਕੋਈ ਹੈਲਪ ਕਰਨੀ ਪੈਂਦੀ ਹੈ, ਤੁਸੀਂ ਰੋਡ ਤੇ ਜਾ ਰਹੇ ਹੋ, ਕੋਈ ਐਕਸੀਡੈਂਟ ਹੋ ਗਿਆ ਹੈਗਾ, ਤੁਸੀਂ ਤਾਂ ਤੁਹਾਨੂੰ ਫਸਟ ਏਡਰ ਕਿਹਾ ਜਾਏਗਾ। ਫਸਟ ਏਡਰ ਦਾ ਮਤਲਬ ਕਿ ਤੁਸੀਂ ਜਿਹੜਾ ਹੈਗਾ ਮੁੱਢਲੀ ਸਹਾਇਤਾ ਦੇਣੀ ਹੈ। ਹੁਣ ਮੁੱਢਲੀ ਸਹਾਇਤਾ ਤੁਸੀਂ ਕਿਸ ਤਰੀਕੇ ਦਿਓਗੇ, ਉਹਦੇ ਵਾਸਤੇ ਤੁਹਾਨੂੰ ਥੋੜੀ ਜਿਹੀ ਟ੍ਰੇਨਿੰਗ ਲੈਣੀ ਚਾਹੀਦੀ ਹੈ। ਉਹ ਟ੍ਰੇਨਿੰਗ ਆਮ ਤੌਰ ਤੇ ਚਾਹੇ ਤੁਸੀਂ ਇੰਟਰਨੈਟ ਤੋਂ ਵੀ ਲੈ ਸਕਦੇ ਹੋ, ਚਾਹੇ ਕਿਸੇ ਡਾਕਟਰ ਤੋਂ ਲੈ ਸਕਦੇ ਹੋ, ਜਾਂ ਆਪ ਵੀ ਸਿੱਖ ਸਕਦੇ ਹੋ ਕਿਤਾਬਾਂ ਪੜ੍ਹ ਕੇ ਕਿ ਤੁਸੀਂ ਰੈਸਪੀਰੇਟਰੀ ਕਿਸ ਤਰੀਕੇ ਕਰਨੀ ਹੈ। ਅਗਰ ਕਿਸੇ ਨੂੰ ਕੋਈ ਅਚਾਨਕ ਹੀ ਅਗਰ ਉਹਨੂੰ ਹਾਰਟ ਅਟੈਕ ਆ ਗਿਆ ਹੈਗਾ ਤਾਂ ਤੁਸੀਂ ਕਿਸ ਤਰੀਕੇ ਉਹਨੂੰ ਜਿਹੜੀ ਰੈਸਪੀਰੇਟਰੀ ਦੇਣੀ ਹੈਗੀ ਆ, ਕਿਸੇ ਨੂੰ ਸਾਹ ਲੈਣ 'ਚ ਦਿੱਕਤ ਹੈਗੀ ਆ, ਉਹ ਤੁਸੀਂ ਕਿਸ ਤਰੀਕੇ ਯੂਜ਼ ਕਰਨੀ, ਕਿਆ ਕੁਝ ਜ਼ਿੰਮੇਵਾਰੀਆਂ ਬਣਦੀਆਂ ਨੇ ਉਸ ਦੀਆਂ, ਵੀ ਕਿਸ ਤਰੀਕੇ ਦੇ ਨਾਲ ਉਸ ਨੂੰ ਜ਼ਿੰਮੇਵਾਰੀਆਂ ਠੀਕ ਕਰੇਗਾ। ਸਭ ਤੋਂ ਪਹਿਲਾਂ ਤਾਂ ਅਸੈਸ ਦੀ ਓਵਰਆਲ ਸਿਚੁਏਸ਼ਨ ਹੈਗੀ ਕਿ ਉਹ ਸਭ ਤੋਂ ਪਹਿਲਾਂ ਤਾਂ ਸਿਚੁਏਸ਼ਨ ਦੇਖੇਗਾ ਵੀ ਕੀ ਆ। ਹੁਣ ਤੁਸੀਂ ਸੜਕ ਤੇ ਜਾ ਰਹੇ ਹੋ, ਕੋਈ ਐਕਸੀਡੈਂਟ ਹੋ ਗਿਆ ਤਾਂ ਤੁਸੀਂ ਸਭ ਤੋਂ ਪਹਿਲਾਂ ਉਹਦੀ ਓਵਰਆਲ ਸਿਚੁਏਸ਼ਨ ਦੇਖੋ। ਉਸ ਤੋਂ ਬਾਅਦ ਤੁਸੀਂ ਦੇਖੋ ਕਿ ਜਿਹੜਾ ਪਰਸਨ ਇੰਜਰਡ ਹੋ ਗਿਆ ਹੈਗਾ ਉਸਦੀ ਕੰਡੀਸ਼ਨ ਕੀ ਹੈ, ਕਿਆ ਉਸਦੀ ਇੰਨੀ ਸੀਰੀਅਸ ਕੰਡੀਸ਼ਨ ਤਾਂ ਨਹੀਂ ਹੈ ਕਿ ਫਸਟ ਏਡ ਦੇਣ ਦਾ ਵੀ ਟਾਈਮ ਨਹੀਂ ਹੈ, ਉਹਨੂੰ ਸਿੱਧਾ ਹੀ ਹਸਪੀਟਲ ਲੈ ਕੇ ਜਾਣਾ ਹੈ, ਜਾਂ ਕਿ ਉਸਨੂੰ ਥੋੜੇ ਬਹੁਤ ਜ਼ਖਮ ਹੈ ਅਸੀਂ ਪਹਿਲਾਂ ਫਸਟ ਏਡ ਦੇ ਦਈਏ। ਪ੍ਰੋਵਾਈਡ ਫਸਟ ਏਡ ਐਜ਼ ਨੀਡਡ। ਅਗਰ ਤਾਂ ਬਹੁਤ ਜ਼ਿਆਦਾ ਆਪਾਂ ਨੂੰ ਲੱਗਦਾ ਹੈ ਕਿ ਹਾਂ ਸਾਨੂੰ ਦੇਣ ਦੀ ਲੋੜ ਹੈ ਤਾਂ ਫਸਟ ਏਡ ਦਿਓ, ਨਹੀਂ ਤਾਂ ਸਿੱਧਾ ਹੀ ਉਹਨੂੰ ਹਸਪੀਟਲ ਵੀ ਤੁਸੀਂ ਲੈ ਜਾ ਸਕਦੇ ਹੋ ਕਿਉਂਕਿ ਟਾਈਮ ਨਾ ਖਰਾਬ ਹੋਵੇ। ਇਹਦੇ ਵਿੱਚ ਸਭ ਤੋਂ ਵੱਡਾ ਰੋਲ ਹੁੰਦਾ ਹੈ ਟਰਾਂਸਪੋਰਟੇਸ਼ਨ ਦਾ। ਸਾਨੂੰ ਟਰਾਂਸਪੋਰਟੇਸ਼ਨ ਦਾ ਵੀ ਇੰਤਜ਼ਾਮ ਰੱਖਣਾ ਹੈ, ਦੇਖਣਾ ਹੈ। ਅਸੀਂ ਨਾਲ ਦੀ ਨਾਲ ਜਿਹੜਾ ਹੈਗਾ, ਜੇਕਰ ਸਾਡੇ ਕੋਲ ਕੋਈ ਆਪਣਾ ਵਹੀਕਲ ਹੈ, ਇੱਕ ਬੰਦਾ ਹੈ, ਤਾਂ ਬੇਸ਼ੱਕ ਤੁਸੀਂ ਉਸਨੂੰ ਗੱਡੀ 'ਚ ਪਾ ਕੇ ਲੈ ਜਾਓ, ਜਾਂ ਤੁਸੀਂ ਵੇਟ ਕਰਨੀ ਹੈ। ਅਗਰ ਤੁਹਾਨੂੰ ਲੱਗਦਾ ਹੈ ਕਿ ਕੋਈ ਵੀ ਅਸੀਂ ਗੱਡੀ ਬੁਲਾਉਂਦੇ ਹਾਂ, ਐਂਬੂਲੈਂਸ ਬੁਲਾਉਂਦੇ ਹਾਂ, ਉਹ ਕਿੰਨਾ ਟਾਈਮ ਲਏਗੀ ਆਉਣ ਦੇ ਵਿੱਚ, ਇਹ ਸਾਰਾ ਕੁਝ ਤੁਸੀਂ ਮੌਕੇ ਤੇ ਓਵਰਆਲ ਸਿਚੁਏਸ਼ਨ ਨੂੰ ਤੁਸੀਂ ਕੈਚ ਅਪ ਕਰਨਾ ਹੈਗਾ ਤੇ ਤੁਸੀਂ ਦੇਖਣਾ ਹੈਗਾ। ਅਗਰ ਤਾਂ ਦੇਖੋ ਇਸ ਤਰੀਕੇ ਦਾ ਜ਼ਖਮ ਹੈਗਾ, ਛੋਟਾ ਜ਼ਖਮ ਦਿਖ ਰਿਹਾ ਆਪਾਂ ਨੂੰ ਕੀ ਚੀਜ਼ ਹੈ ਕਿ ਫਟਾਫਟ ਜੇ ਸਾਡੇ ਕੋਲ ਉੱਥੇ ਇਹ ਸਮਾਨ ਹੈਗਾ ਆਪਾਂ ਫਸਟ ਏਡ ਦੇ ਸਕਦੇ ਹਾਂ। ਜ਼ਰੂਰੀ ਨਹੀਂ ਹੈ ਕਿ ਰੋਡ ਐਕਸੀਡੈਂਟ ਹੈਗਾ, ਇਹ ਹੋ ਸਕਦਾ ਕਿ ਫੈਕਟਰੀ ਦੇ ਵਿੱਚ ਵੀ ਐਕਸੀਡੈਂਟ ਹੋ ਸਕਦਾ ਹੈ, ਰੋਡ ਦੇ ਉੱਤੇ ਵੀ ਹੋ ਸਕਦਾ ਹੈ। ਤਾਂ ਅਸੀਂ ਇਸ ਨੂੰ ਸਿੰਪਲੀ ਜਿਹੜਾ ਹੈ ਡਿਟੋਲ ਦੇ ਨਾਲ ਵਾਸ਼ ਕਰਕੇ ਪੱਟੀ ਕਰ ਸਕਦੇ ਹਾਂ ਜਿੰਨਾ ਕਿ ਇਹ ਐਕਸੀਡੈਂਟ ਹੈ। ਅਗਰ ਕੋਈ ਮੇਜਰ ਐਕਸੀਡੈਂਟ ਹੈ ਤਾਂ ਅਸੀਂ ਉਹਦੇ ਵਿੱਚ ਸਿਰਫ ਜਿਹੜਾ ਹੈ ਇਹ ਵਾਲਾ ਕੰਮ ਕਰਕੇ ਤੁਰੰਤ ਜਿਹੜਾ ਨਾਲ ਉਸਨੂੰ ਹਸਪੀਟਲ ਦੇ ਵਿੱਚ ਅਸੀਂ ਐਡਮਿਟ ਕਰਵਾਉਣਾ ਹੈਗਾ। ਇੱਕ ਅੱਜ ਜਿਹੜਾ ਇਹ ਮਹੀਨਾ ਚੱਲ ਰਿਹਾ ਹੈ, ਸਾਵਨ ਦਾ ਮਹੀਨਾ ਚੱਲ ਰਿਹਾ, ਇਸ ਮਹੀਨੇ ਦੇ ਵਿੱਚ ਨਾ ਜਿਹੜੇ ਖੇਤਾਂ ਦੇ ਵਿੱਚ ਹੋ ਗਿਆ ਜਾਂ ਮਿੱਟੀ ਦੇ ਵਿੱਚੋਂ ਜਿਹੜੇ ਨੇ ਸੱਪ ਬਹੁਤ ਨਿਕਲਦੇ ਨੇ। ਇਹ ਵਾਲਾ ਜਿਹੜਾ ਮਹੀਨਾ ਹੁੰਦਾ ਨਾ ਜੁਲਾਈ ਔਰ ਅਗਸਤ ਦਾ ਮਹੀਨਾ, ਇਹ ਸਾਵਨ ਭਾਦੋ ਦੇ ਵਿੱਚ ਸੱਪ ਜ਼ਿਆਦਾ ਹੋ ਜਾਂਦੇ ਨੇ ਕਿਉਂਕਿ ਜਦੋਂ ਬਰਸਾਤਾਂ ਪੈਂਦੀਆਂ ਨੇ ਹਿਊਮਿਡਿਟੀ ਹੋ ਜਾਂਦੀ ਹੈ, ਹਿਊਮਿਡਿਟੀ ਹੋਣ ਨਾਲੇ ਜ਼ਮੀਨ ਤੋਂ ਬਾਹਰ ਆ ਜਾਂਦੇ ਨੇ। ਤਾਂ ਅਗਰ ਤੁਸੀਂ ਖੇਤ ਦੇ ਵਿੱਚੋਂ ਤੁਹਾਨੂੰ ਅਗਰ ਸੱਪ ਨੇ ਕੱਟ ਲਿਆ ਹੈਗਾ, ਜਾਂ ਤੁਸੀਂ ਫੈਕਟਰੀ ਦੇ ਵਿੱਚੋਂ ਤੁਹਾਨੂੰ ਸੱਪ ਨੇ ਕੱਟ ਲਿਆ, ਘਰ 'ਚ ਕੱਟ ਲਿਆ, ਤਾਂ ਤੁਸੀਂ ਸਭ ਤੋਂ ਪਹਿਲਾਂ ਇਹ ਦੇਖਣਾ ਹੈ ਕਿ ਮੈਂ ਫਸਟ ਏਡ ਕਿਆ ਦੇਣੀ ਹੈ ਉਸਨੂੰ। ਜੇ ਖੁਦ ਨੂੰ ਕਰ ਗਿਆ ਤਾਂ ਫਸਟ ਏਡ ਕਿਆ ਲੈਣੀ ਹੈ। ਜ਼ਰੂਰੀ ਨਹੀਂ ਹੈ ਕਿ ਦੂਸਰਾ ਬੰਦਾ ਹੀ ਚਾਹੀਦਾ ਤੁਹਾਨੂੰ ਫਸਟ ਏਡ ਦੇਣ ਲਈ, ਤੁਸੀਂ ਖੁਦ ਵੀ ਫਸਟ ਏਡ ਲੈ ਸਕਦੇ ਹੋ ਔਰ ਦੇ ਸਕਦੇ ਹੋ। ਅਗਰ ਤੁਹਾਨੂੰ ਸੱਪ ਨੇ ਕੱਟ ਲਿਆ ਹੈਗਾ ਤਾਂ ਸਭ ਤੋਂ ਪਹਿਲਾਂ ਤੁਸੀਂ ਡਰਨਾ ਨਹੀਂ ਹੈਗਾ, ਕਿਉਂਕਿ ਜੇ ਤੁਸੀਂ ਡਰੋਗੇ ਤਾਂ ਡਰਨ ਦੇ ਨਾਲ ਹੀ ਤੁਹਾਡਾ ਬਲੱਡ ਪ੍ਰੈਸ਼ਰ ਜਿਹੜਾ ਉਹ
ਰਾਈਜ਼ ਕਰ ਜਾਏਗਾ। ਇਹਦੇ ਵਿੱਚ ਇੱਕ ਚਿੱਤਰ ਦੇ ਵਿੱਚ ਦੱਸਿਆ ਗਿਆ 4 ਪਾਸੇ 5 ਪਾਸੇ ਵੀ ਕੀ ਤੁਸੀਂ ਕਰਨਾ ਹੈ ਔਰ ਕੀ ਕੁਝ ਤੁਸੀਂ ਨਹੀਂ ਕਰਨਾ ਹੈਗਾ। ਅਗਰ ਸੱਪ ਨੇ ਕੱਟ ਲਿਆ ਹੈਗਾ ਤਾਂ ਸੱਪ ਆਮ ਤੌਰ ਤੇ ਅਸੀਂ ਕੀ ਕਰਦੇ ਹਾਂ, ਅਸੀਂ ਕਿਸੇ ਤਾਂਤਰਿਕ ਦੇ ਕੋਲ ਲਿਜਾ ਕੇ ਚਲੇ ਜਾਂਦੇ ਹਾਂ। ਜਿਸ ਨੂੰ ਸੱਪ ਕੱਟ ਗਿਆ ਵੀ ਚੱਲ ਵੀ ਤੈਨੂੰ ਫਲਾਣੇ ਤਾਂਤਰਿਕ ਤੋਂ ਲੈ ਚੱਲੀਏ, ਬਾਬੇ ਤੋਂ ਲੈ ਚੱਲੀਏ, ਜਾਂ ਆਪਣੇ ਕਹਿ ਦਿੰਦੇ ਕਿਸੇ ਸਿਆਣੇ ਤੋਂ ਲੈ ਚੱਲੀਏ। ਤਾਂ ਇਹ ਨਹੀਂ ਕਰਨਾ। ਅਗਰ ਸੱਪ ਨੇ ਕੱਟ ਲਿਆ ਹੈਗਾ ਤਾਂ ਕਿਸੇ ਬਾਬੇ ਕੋਲ ਨਹੀਂ ਜਾਣਾ ਹੈਗਾ। ਜਾਂ ਤੁਸੀਂ ਦੇਖਦੇ ਹੋਏਗੇ ਫਿਲਮਾਂ ਦੇ ਵਿੱਚ ਜਾਂ ਦੇਖਦੇ ਹੋ ਕਿਸੇ ਨਾਟਕਾਂ ਦੇ ਵਿੱਚ ਕਿਸੇ ਨੇ ਸੱਪ ਨੇ ਕੱਟ ਲਿਆ ਤਾਂ ਉਹਨੂੰ ਜਿਹੜਾ ਉਹ ਸੱਕ ਕਰ ਲੈਂਦੇ ਆ, ਸੱਕ ਮਾਨੇ ਕਿ ਉਸਨੂੰ ਚੂਸ ਲੈਂਦੇ ਆ ਜ਼ਖਮ ਨੂੰ। ਤਾਂ ਇਹ ਫਿਲਮਾਂ ਨਹੀਂ ਚੱਲ ਰਹੀਆਂ ਕਿ ਤੁਸੀਂ ਜ਼ਖਮ ਚੂਸ ਲਓਗੇ। ਜ਼ਖਮ ਚੂਸਣ ਨਾਲ ਕੁਝ ਨਹੀਂ ਹੋਣਾ ਹੈਗਾ। ਜਿਹੜਾ ਜ਼ਹਿਰ ਹੈ ਉਹ ਬਹੁਤ ਡੀਪ ਜਾ ਚੁੱਕਿਆ ਹੁੰਦਾ ਹੈਗਾ। ਜਾਂ ਤੁਸੀਂ ਚਾਕੂ ਲੈ ਕੇ ਉਹਨੂੰ ਕੱਟਣ ਦੀ ਕੋਸ਼ਿਸ਼ ਕਰੋ, ਇਸ ਤਰੀਕੇ ਵੀ ਨਹੀਂ ਕਰਨਾ ਹੈਗਾ। ਜਾਂ ਤੁਸੀਂ ਕਿਸੇ ਚੀਜ਼ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕਰੋ, ਇਹ ਵੀ ਨਹੀਂ ਕਰਨਾ ਹੈਗਾ। ਜਾਂ ਤੁਸੀਂ ਕੋਈ ਤੁਹਾਡੇ ਕੋਲ ਤੁਸੀਂ ਸੋਚੋ ਵੀ ਸਾਡੇ ਕੋਲ ਕੋਈ ਜੜੀਆਂ ਬੂਟੀਆਂ ਰੱਖੀਆਂ ਹੋਈਆਂ ਜੀ ਘਰ ਦੇ ਵਿੱਚ, ਅਸੀਂ ਜੜੀਆਂ ਬੂਟੀਆਂ ਦਾ ਪੇਸਟ ਲਗਾ ਕੇ ਮਲ ਦੇਵਾਂਗੇ, ਨਹੀਂ। ਤੁਸੀਂ ਕੀ ਕਰਨਾ ਹੈਗਾ, ਸਭ ਤੋਂ ਪਹਿਲਾਂ ਤਾਂ ਈਮੋਬਿਲਾਈਜ਼ ਕਰਨਾ ਅਫੈਕਟਡ ਉਸ ਪਾਰਟ ਨੂੰ। ਈਮੋਬਿਲਾਈਜ਼ ਦਾ ਮਤਲਬ ਹੁੰਦਾ ਕਿ ਉਸ ਹਿੱਸੇ ਨੂੰ ਹਿਲਾਣਾ ਨਹੀਂ ਹੈਗਾ, ਉਸ ਚੀਜ਼ ਨੂੰ ਉੱਥੇ ਸਪੋਰਟ ਦੇ ਕੇ ਰੋਕਣਾ ਹੈਗਾ। ਰੋਕਣ ਤੋਂ ਬਾਅਦ ਉਸ ਹਿੱਸੇ ਨੂੰ ਤੁਸੀਂ ਵਾਸ਼ ਕਰਨਾ ਹੈ ਸਿੰਪਲ ਪਾਣੀ ਦੇ ਨਾਲ, ਸਾਬਣ ਦੇ ਨਾਲ। ਤੁਸੀਂ ਉਸ ਜਿਹੜੇ ਉਸਦੇ ਦੰਦ ਦੇ ਜਿਹੜੇ 2 ਨਿਸ਼ਾਨ ਹੋਣਗੇ, ਉਹਨਾਂ 2 ਨਿਸ਼ਾਨਾਂ ਨੂੰ ਤੁਸੀਂ ਵਾਸ਼ ਕਰਨਾ ਹੈਗਾ। ਵਾਸ਼ ਕਰਨ ਦੇ ਨਾਲ, ਸਾਫ਼ ਕਰਨ ਦੇ ਨਾਲ ਕਿਆ ਹੋਏਗਾ ਕਿ ਉੱਪਰਲਾ ਪਾਰਟ ਜਿਹੜਾ ਉਸਦਾ ਸਾਫ਼ ਹੋ ਜਾਏਗਾ। ਫਿਰ ਤੁਸੀਂ ਹਸਪੀਟਲ ਦੇ ਵਿੱਚ ਜਾਣਾ ਹੈਗਾ, ਡਾਕਟਰ ਨੂੰ ਦੱਸਣਾ ਹੈਗਾ। ਡਾਕਟਰ ਤੋਂ ਤੁਸੀਂ ਟੈਟਨਸ ਦਾ ਐਂਟੀ ਵੈਨਮ ਦਾ ਜਿਹੜਾ ਹੈ ਇੰਜੈਕਸ਼ਨ ਜਿਹੜਾ ਤੁਸੀਂ ਲਗਵਾਉਣਾ ਹੈਗਾ, ਤੇ ਐਮਰਜੈਂਸੀ ਕੇਅਰ ਲੈਣੀ ਹੈ। ਕਿਉਂਕਿ ਜਿਹੜੇ ਸੱਪ ਹੁੰਦੇ ਨੇ ਉਹਨਾਂ ਦੇ ਅੰਦਰ ਇਤਨਾ ਇੱਕ ਜ਼ਹਿਰ ਹੁੰਦਾ ਹੈ ਕਿ ਉਸ ਨੂੰ ਅਗਰ ਟਾਈਮ ਸਿਰ ਤੁਸੀਂ ਰੋਕ ਲੋਗੇ ਤਾਂ ਹੀ ਉਹ ਜਿਹੜਾ ਹੈ ਤੁਹਾਡਾ ਜ਼ਹਿਰ ਅੰਦਰ ਬੋਡੀ ਦੇ ਵਿੱਚ ਫੈਲਣ ਤੋਂ ਰੋਕ ਸਕਦਾ ਹੈ। ਅਦਰਵਾਈਜ਼ ਉਹ ਇਸ ਦੇ ਨਾਲ ਤੁਹਾਡੀ ਡੈਥ ਵੀ ਹੋ ਸਕਦੀ ਹੈ। ਇਹ ਜੇ ਤੁਸੀਂ ਬਾਬਿਆਂ ਦੇ ਚੱਕਰ 'ਚ ਜਾਂ ਤੁਸੀਂ ਉਹਨੂੰ ਚੂਸਣ ਦੇ ਚੱਕਰ 'ਚ ਪੈ ਕੇ ਵੀ ਜ਼ਹਿਰ ਮੈਂ ਕੱਢ ਲਾਂਗਾ, ਐਵੇਂ ਨਹੀਂ ਹੋ ਸਕਦਾ। ਇਸ ਤੋਂ ਇਲਾਵਾ ਇਹਨਾਂ ਦਿਨਾਂ ਦੇ ਵਿੱਚ ਕਿਉਂਕਿ ਜਿਹੜੇ ਅਵਾਰਾ ਕੁੱਤੇ ਨੇ ਉਹ ਵੀ ਸੜਕਾਂ ਤੇ ਬਹੁਤ ਘੁੰਮ ਰਹੇ ਨੇ। ਹੁਣ ਤੁਸੀਂ ਜਾ ਰਹੇ ਹੋ ਸੜਕ ਦੇ ਉੱਤੇ, ਤੁਹਾਨੂੰ ਨਹੀਂ ਪਤਾ ਕਿ ਤੁਹਾਨੂੰ ਕੁੱਤਾ ਚੱਕ ਪਾ ਲੇ ਪਿੱਛੋਂ ਦੀ। ਜਾਂ ਤੁਸੀਂ ਕਿਸੇ ਦੀ ਕੋਠੀ 'ਚ ਜਾਂਦੇ ਹੋ, ਲਿਖਿਆ ਹੁੰਦਾ ਹੈ ਵੀ ਬੀਵੇਅਰ ਫਰੋਮ ਡੌਗਸ, ਵੀ ਤੁਸੀਂ ਕੁੱਤਿਆਂ ਤੋਂ ਸਾਵਧਾਨ ਹੋ। ਕਈ ਵਾਰੀ ਤੁਸੀਂ ਪੜ੍ਹਦੇ ਨਹੀਂ ਉਸ ਬੋਰਡ ਨੂੰ, ਤੁਸੀਂ ਬੈਲ ਮਾਰਦੇ ਹੋ, ਅੰਦਰੋਂ ਕੁੱਤਾ ਨਿਕਲ ਆਉਂਦਾ, ਕੁੱਤਾ ਤੁਹਾਨੂੰ ਵੱਢ ਲੈਂਦਾ। ਤਾਂ ਕੁੱਤੇ ਵੀ ਜਿਹੜੇ ਨੇ, ਕਈ ਕੁੱਤੇ ਤਾਂ ਇੰਨੀ ਖਤਰਨਾਕ ਨਸਲ ਦੇ ਕੁੱਤੇ ਨੇ ਕਿ ਅਗਰ ਉਹ ਤੁਹਾਨੂੰ ਵੱਢ ਲੈਣਗੇ ਤਾਂ ਉਹਦੇ ਨਾਲ ਵੀ ਤੁਹਾਨੂੰ ਡੈਥ ਹੋ ਸਕਦੀ ਹੈ, ਨੁਕਸਾਨ ਹੋ ਸਕਦਾ ਹੈ। ਇਸ ਕਰਕੇ ਜੇ ਤੁਹਾਨੂੰ ਕੋਈ ਅਗਰ ਤੁਹਾਨੂੰ ਡੌਗ ਬਾਈਟਸ ਹੋ ਗਈ ਹੈ ਤਾਂ ਤੁਸੀਂ ਕੀ ਕਰਨਾ ਹੈਗਾ, ਸਭ ਤੋਂ ਪਹਿਲਾਂ ਤੁਸੀਂ ਉਸ ਜਗ੍ਹਾ ਤੇ ਜਿੱਥੇ ਤੁਹਾਨੂੰ ਕੁੱਤੇ ਨੇ ਚੱਕ ਪਾਇਆ, ਤਕਰੀਬਨ ਕੁੱਤਾ ਹੋਵੇ ਚਾਹੇ ਸੱਪ ਹੋਵੇ, ਇਹ ਹਮੇਸ਼ਾ ਤੁਹਾਡੀ ਲੱਤ ਤੇ ਜਾਂ ਪੈਰ ਤੇ ਹੀ ਵੱਢਣਗੇ। ਇਸ ਚੀਜ਼ ਦਾ ਤੁਸੀਂ ਧਿਆਨ ਦੇਣਾ ਹੈ ਕਿ ਚਾਹੇ ਸੱਪ ਹੋਏਗਾ ਚਾਹੇ ਕੁੱਤਾ ਹੋਏਗਾ, ਉਹ ਕੋਸ਼ਿਸ਼ ਕਰੇਗਾ ਕਿ ਉਹ ਤੁਹਾਡੀ ਲੱਤ ਨੂੰ ਵੱਢੇਗਾ। ਤੁਹਾਡੇ ਪੈਰ ਦੇ ਜਿਹੜਾ ਸੱਪ ਹੋਏਗਾ ਉਹ ਹਮੇਸ਼ਾ ਪੈਰ ਤੇ ਹੀ ਡੰਕ ਦੀ ਉਹਦੀ ਜ਼ਿਆਦਾ ਕੋਸ਼ਿਸ਼ ਹੁੰਦੀ ਹੈ, ਕਿਉਂਕਿ ਉਹ ਹੁੰਦਾ ਜ਼ਮੀਨ ਤੇ। ਤੁਸੀਂ ਜਾ ਰਹੇ ਹੋ ਪੈਦਲ, ਤਾਂ ਹੁੰਦਾ ਗਿਆ ਕਿ ਤੁਸੀਂ ਪੈਦਲ ਜਾ ਰਹੇ ਹੋਗੇ, ਉਹ ਜ਼ਮੀਨ ਤੇ ਰੇਂਗ ਰਿਹਾ ਹੁੰਦਾ ਜਾਂ ਝਾੜੀਆਂ ਚੋਂ ਨਿਕਲਦਾ ਜਾਂ ਕੁੱਤਾ ਹੁੰਦਾ, ਉਹ ਹਮੇਸ਼ਾ ਤੁਹਾਡੇ ਪੈਰ ਤੇ ਚੱਕ ਪਾ ਲੇਗਾ, ਕੱਟ ਲੇਗਾ ਤੁਹਾਨੂੰ। ਤਾਂ ਤੁਸੀਂ ਕੀ ਕਰਨਾ, ਉਸ ਏਰੀਏ ਨੂੰ ਘੱਟੋ ਘੱਟ 15 ਮਿੰਟ ਜਿਹੜਾ ਹੈ ਚਲਦੇ ਪਾਣੀ ਦੇ ਥੱਲੇ ਤੁਸੀਂ ਧੋ ਲੈਣਾ ਹੈਗਾ, ਉਸਨੂੰ ਸਾਫ਼ ਕਰ ਲੈਣਾ ਹੈਗਾ। ਸਾਬਣ ਦੇ ਨਾਲ ਤੁਸੀਂ ਉਸ ਏਰੀਏ ਨੂੰ ਡਿਟਰਜੈਂਟ ਕਰ ਲੈਣਾ ਹੈ, ਚਾਹੇ ਸੱਪ ਵੱਢੇ ਚਾਹੇ ਕੁੱਤਾ ਵੱਢੇ। ਪਾਣੀ ਔਰ ਸਾਬਣ ਨਾਲ ਉਸ ਏਰੀਏ ਨੂੰ ਧੋ ਲਓ। ਧੋ ਕੇ ਐਂਟੀਸੈਪਟਿਕ ਜਿਹੜੀ ਹੈ ਤੁਸੀਂ ਯੂਜ਼ ਕਰਨੀ ਹੈ। ਐਂਟੀਸੈਪਟਿਕ ਦੇ ਵਿੱਚ ਡਿਟੋਲ ਆ ਜਾਂਦੀ ਹੈ, ਜਿਹੜੀ ਕਿ ਆਮ ਸਾਡੇ ਘਰਾਂ ਦੇ ਵਿੱਚ ਹੁੰਦੀ ਹੈ। ਤੁਸੀਂ ਉਸ ਡਿਟੋਲ ਨੂੰ ਜਿਹੜਾ ਯੂਜ਼ ਕਰ ਲਓ। ਤੇ ਉਸ ਤੋਂ ਬਾਅਦ ਐਂਟੀ ਰੈਬੀਜ਼ ਦਾ, ਜੇ ਤਾਂ ਕੁੱਤੇ ਨੇ ਵੱਢ ਲਿਆ ਤੁਹਾਨੂੰ ਤਾਂ ਐਂਟੀ ਰੈਬੀਜ਼ ਦਾ ਇੰਜੈਕਸ਼ਨ ਲਗਵਾਓ। ਪਹਿਲੇ ਹੁੰਦਾ ਸੀ ਉਹ 14 ਇੰਜੈਕਸ਼ਨ ਲੱਗਦੇ ਸੀ, ਹੁਣ ਉਹ 14 ਇੰਜੈਕਸ਼ਨ ਨਹੀਂ ਲੱਗਦੇ। ਹੁਣ ਸਿਰਫ ਜਿਹੜੇ ਨੇ ਇੱਕ ਹੀ ਇੰਜੈਕਸ਼ਨ ਜਾਂ 2 ਇੰਜੈਕਸ਼ਨ ਦੇ ਨਾਲ ਤੁਹਾਨੂੰ ਜਿਹੜਾ ਹੈ ਬਚਾਓ ਹੋ ਜਾਂਦਾ ਹੈ। ਇਸ ਕਰਕੇ ਤੁਰੰਤ ਡਾਕਟਰ ਕੋਲ ਜਾਣਾ ਹੈਗਾ। ਤੇ ਹੁਣ ਜਿਹੜੇ ਵੀ ਬੱਚਿਆਂ ਦੇ ਸਵਾਲ ਹੋਣਗੇ ਅੱਜ ਦੇ ਜੋ ਤੁਹਾਨੂੰ ਲੈਕਚਰ ਦਿੱਤਾ ਹੈਗਾ ਸੇਫਟੀ ਦੇ ਉੱਤੇ ਦਿੱਤਾ ਗਿਆ ਹੈਗਾ, ਉਹ ਜਿਹੜੇ ਵੀ ਤੁਹਾਡੇ ਸਵਾਲ ਹੋਣਗੇ ਉਹ ਤੁਸੀਂ ਮੈਨੂੰ ਪੁੱਛ ਸਕਦੇ ਹੋ ਇੱਕ ਇੱਕ ਕਰਕੇ। ਪਰਮਜੀਤ ਜੀ, ਜਿਹੜੇ ਬੱਚੇ ਸਵਾਲ ਲੈਣਾ ਚਾਹੁੰਦੇ ਹੋ ਉਹਨਾਂ ਦੇ ਲੈ ਲਓ ਕੁਐਰੀ। ਪਰਮਜੀਤ ਜੀ ਸਵਾਲ ਲੈ ਲਓ ਜਿਹੜੇ ਬੱਚੇ ਲੈਣਾ ਚਾਹੁੰਦੇ ਨੇ।
ਇੱਕ ਮਿੰਟ ਤੁਹਾਨੂੰ ਮੈਂ ਤੁਹਾਡੇ ਸਵਾਲ ਲੈਣ ਲੱਗਿਆ, ਸਾਡੇ ਹੋਸਟ ਲੈ ਰਹੇ ਨੇ। ਰੂਹੀਦੀਪ ਨਾਮ ਦਾ ਬੱਚਾ ਹੈਗਾ, ਰੂਹੀਦੀਪ ਨਾਮ ਦਾ, ਮੈਂ ਉਹਨਾਂ ਨੂੰ ਅਨਮਿਊਟ ਕਰਨ ਲੱਗਾ। Hello. ਹਾਂਜੀ, ਤੁਸੀਂ ਪੁੱਛੋ ਆਪਣਾ ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਫॉर ਦਿਸ ਲੈਕਚਰ। ਠੀਕ ਹੈ, ਓਕੇ, ਵੈਲਕਮ। ਹਾਂਜੀ ਸਵਾਲ ਸਰ, ਪੁੱਛੋ ਤੁਸੀਂ ਆਪਣਾ। ਹਾਂਜੀ, ਉਹ ਸਿਲੰਡਰਾਂ ਬਾਰੇ ਦੱਸਿਆ ਨਾ, ਜਿਹੜਾ ਵੀ ਆਪਾਂ ਯੂਜ਼ ਕਰਨੇ ਅੱਗ ਲੱਗਣ ਤੇ। ਹਾਂਜੀ, ਉਹਦੇ ਚ ਵੱਖਰੇ ਵੱਖਰੇ, ਕਿਸੇ ਚ CO2 ਸੀ, ਕਿਸੇ ਚ ਵਾਟਰ ਸੀ, ਕਿਸੇ ਚ ਕੁਛ ਸੀ, ਉਹਨਾਂ ਬਾਰੇ ਰਿਪੀਟ ਕਰ ਦਿਓ ਵੀ ਕਿਹਦੇ ਵਾਸਤੇ ਕਿਹੜਾ ਯੂਜ਼ ਕਰਨਾ ਹੈ। ਠੀਕ ਹੈ, ਦੇਖੋ ਇਹਦੇ ਵਿੱਚ ਨਾ ABCD ਟਾਈਪ ਦੇ, ABCD 4 ਤਰ੍ਹਾਂ ਦੇ ਸਿਲੰਡਰ ਆਉਂਦੇ ਨੇ ਇਹਦੇ ਵਿੱਚ। ਹਾਂਜੀ ਠੀਕ ਹੈ, ਜਿਹੜਾ ਸਾਡਾ AB ਟਾਈਪ ਦਾ ਜਿਹੜਾ ਸਿਲੰਡਰ ਹੋਏਗਾ, ਹਾਂਜੀ ਉਹ ਹੈਗਾ ਕਿ ਜੇਕਰ ਤੁਸੀਂ ਸਪੋਜ਼ਿੰਗਲੀ ਤੁਹਾਡਾ ਜਿਹੜੇ ਮਟੀਰੀਅਲ ਹੈਗਾ, ਜਿਵੇਂ ਤੁਹਾਡੇ ਕੱਪੜੇ ਹੋ ਗਏ, ਬਿਜਲੀ ਵਾਲੇ ਹੋ ਗਏ, ਹਾਂਜੀ ਉੱਥੇ ਇਹ ਯੂਜ਼ ਹੋਣਾ ਹੈ। ਜਿਹੜਾ C ਟਾਈਪ ਦਾ ਹੁੰਦਾ ਹੈਗਾ, ਉਹ ਹੁੰਦਾ ਹੈਗਾ ਜਿੱਥੇ ਪਲਾਈਬੋਰਡ ਪਿਆ ਹੋਵੇ, ਜਿੱਥੇ ਦੂਸਰੇ ਤਰੀਕੇ ਦੀ ਅੱਗ ਲੱਗਦੀ, ਯਾਨੀ ਕਿ ਇਹ ਡਾਈਵਰਸੀਫਿਕੇਸ਼ਨ ਇਹਨਾਂ ਨੇ ਕੀਤੀ ਹੋਈ ਹੈ 4 ਤਰੀਕੇ ਦੇ ਨਾਲ। ਮੈਂ ਤੁਹਾਨੂੰ ਉਹਦੀ ਚਿੱਤਰ ਤੇ ਲੈ ਕੇ ਚੱਲਦਾ, ਫੋਟੋ ਤੇ ਲੈ ਕੇ ਚੱਲ ਰਿਹਾ ਤੁਹਾਨੂੰ, ਹਾਂਜੀ ਮੈਂ ਦਿਖਾਉਂਦਾ ਤੁਹਾਨੂੰ। ਫੋਟੋ ਦਿਖ ਰਹੀ ਹੈ ਆਪਣੀ ਸਕਰੀਨ ਤੇ? ਹਾਂਜੀ ਹਾਂਜੀ ਠੀਕ ਹੈ, ਹੁਣ ਇਹਦੇ ਵਿੱਚ ਦੇਖੋ ਜਿਹੜਾ ਤਾਂ ਹੈਗਾ, ਇਹ ਸਭ ਤੋਂ ਪਹਿਲੇ ਵਾਲਾ ਦਿਖ ਰਿਹਾ ਹੈਗਾ। ਇਹਦਾ ਪਹਿਲਾਂ ਮੈਂ ਤੁਹਾਨੂੰ ਪ੍ਰਯੋਗ ਦੱਸ ਦਿੰਦਾ ਕਿ ਇਹਦੇ ਉੱਪਰ ਨਾ ਇੱਕ ਨੋਜ਼ਲ ਲੱਗੀ ਹੋਈ ਹੈ, ਇੱਕ ਮੀਟਰ ਲੱਗਿਆ ਹੋਇਆ ਜਿਹੜਾ ਗੋਲ ਜਿਹਾ ਦਿਖ ਰਿਹਾ ਤੁਹਾਨੂੰ। ਯੈਸ ਸਰ। ਠੀਕ ਹੈ, ਸਭ ਤੋਂ ਪਹਿਲਾਂ ਤਾਂ ਇਹਦੀ ਜਿਹੜੀ ਸੀਲ ਤੋੜਨੀ ਹੈ ਤੁਸੀਂ। ਇਹਦੇ ਨਾਲ ਇੱਕ ਛੋਟੀ ਜਿਹੀ ਸੀਲ ਲੱਗੀ ਹੋਈ, ਸੀਲ ਤੁਸੀਂ ਤੋੜ ਦੇਣੀ ਹੈ। ਠੀਕ ਹੈ ਸਰ। ਇਹ ਵਾਲੇ ਨੂੰ ਤੁਸੀਂ ਦੇਖੋ ਯੂਜ਼ ਕਰਨਾ ਹੈਗਾ ਵੁੱਡ ਪੇਪਰ ਟੈਕਸਟਾਈਲ ਦੇ ਉੱਪਰ। ਮਤਲਬ ਕਿ ਤੁਸੀਂ ਇਸ ਨੂੰ ਜਿਹੜਾ ਲੱਕੜੀ ਦੇ ਉੱਪਰ, ਕਾਗਜ਼ ਦੇ ਉੱਪਰ ਤੇ ਕੱਪੜੇ ਦੇ ਉੱਪਰ ਤੁਸੀਂ ਇਸ ਨੂੰ ਯੂਜ਼ ਕਰਨਾ ਹੈਗਾ। ਇਹਨੂੰ ਤੁਸੀਂ ਜਿਹੜਾ ਹੈ ਨਾ ਫਲੇਮੇਬਲ ਲਿਕੁਇਡ ਦੇ ਉੱਤੇ ਯੂਜ਼ ਨਹੀਂ ਕਰਨਾ। ਫਲੇਮੇਬਲ ਲਿਕੁਇਡ ਹੁੰਦਾ ਹੈਗਾ ਜਿਹੜਾ ਤੁਹਾਡਾ ਪੈਟਰੋਲ ਹੋ ਗਿਆ ਜਾਂ ਕੈਰੋਸਿਨ ਇਲੈਕਟ੍ਰੀਕਲ, ਆਇਲ। ਹਾਂ, ਇਹਨਾਂ ਦੇ ਉੱਤੇ ਤੁਸੀਂ ਇਸ ਨੂੰ ਯੂਜ਼ ਨਹੀਂ ਕਰਨਾ। ਇਹ ਫੀਚਰ ਵਾਲਾ ਜਿਹੜਾ ਹੈਗਾ, ਇਹ ਹੈਗਾ। ਓਕੇ ਸਰ। ਉਸ ਤੋਂ ਬਾਅਦ ਹੈਗਾ ਜਿਹੜਾ ਡਰਾਈ ਪਾਊਡਰ। ਅਗਰ ਤੁਸੀਂ ਇਹ ਲੈ ਲੈਂਦੇ ਹੋ ਨਾ, ABCD ਵਾਲਾ ਇੱਕ ਇਹ ਵੀ ਆਉਂਦਾ ਹੈਗਾ, ਇਹ ਸਾਰਿਆਂ ਦੇ ਉੱਤੇ ਚੱਲ ਜਾਂਦਾ ਹੈਗਾ, ਚਾਹੇ ਲੱਕੜ ਹੋਵੇ, ਚਾਹੇ ਤੁਹਾਡੀ ਗੈਸ ਹੋਵੇ। ਇਹ ਥੋੜਾ ਜਿਹਾ ਮਹਿੰਗਾ ਹੁੰਦਾ ਹੈ ਕਿਉਂਕਿ ਇਹਦੇ ਵਿੱਚ ਨਾ ਚਾਰਾਂ ਦਾ ਜਿਹੜਾ ਪਾਊਡਰ ਇਹਦੇ ਵਿੱਚ ਹੁੰਦਾ, ਪਾਊਡਰ ਇੱਕ ਡਰਾਈ ਪਾਊਡਰ ਜਿਹੜਾ ਹੁੰਦਾ, ਉਹਦੇ ਕਾਰਬਨ ਡਾਈਆਕਸਾਈਡ ਪਾਈ ਹੁੰਦੀ ਹੈ ਇਹਨਾਂ ਨੇ, ਤਾਂ ਕਿ ਉਹ ਅੱਗ ਨੂੰ ਜਿਹੜਾ ਬੁਝਾ ਦਿੰਦੀ ਹੈ। ਠੀਕ ਹੈ ਸਰ। ਤੇ ਅਸੀਂ ਵੱਖ-ਵੱਖ ਤਰ੍ਹਾਂ ਦੇ ਇਸ ਕਰਕੇ ਰੱਖੇ ਹੁੰਦੇ ਨੇ। ਹੁਣ ਅਗਲਾ ਜਿਹੜਾ ਹੈਗਾ ਫੋਮ ਵਾਲਾ ਹੈਗਾ। ਹੁਣ ਜੇ ਤੁਸੀਂ ਇਹ ਅਗਲੇ ਪਹਿਲੇ ਵਾਲੇ ਨੂੰ ਤੁਸੀਂ ਜਿਹੜਾ ਫਲੇਮੇਬਲ ਲਿਕੁਇਡ ਦੇ ਯੂਜ਼ ਨਹੀਂ ਕਰ ਸਕਦੇ ਸੀ, ਫੋਮ ਵਾਲਾ ਜਿਹੜਾ ਹੋਏਗਾ ਉਸ ਨੂੰ ਤੁਸੀਂ ਯੂਜ਼ ਕਰ ਸਕਦੇ ਹੋ। ਠੀਕ ਹੈ ਸਰ। ਉਸ ਤੋਂ ਬਾਅਦ ਜਿਹੜਾ ਆ ਰਿਹਾ CO2 ਦਾ ਇਹਦਾ ਜਿਹੜਾ ਅਗਲਾ ਆ ਰਿਹਾ ਹੈਗਾ, ਇਹਨੂੰ ਕਿਤੇ ਯੂਜ਼ ਨਹੀਂ ਕਰਨਾ। ਇਹਨੂੰ ਤੁਸੀਂ ਲੱਕੜ, ਪੇਪਰ ਵਗੈਰਾ ਦੇ ਉੱਤੇ ਯੂਜ਼ ਨਹੀਂ ਕਰਨਾ। ਇਹ ਸਿਰਫ ਉਹਦੇ ਵਾਸਤੇ ਹੋ ਗਿਆ। ਜਿਹੜਾ ਪਹਿਲਾ ਸੀਗਾ ਉਹਦਾ ਉਲਟ ਜਿਹੜਾ ਹੈ ਚੌਥੇ ਨੰਬਰ ਵਾਲਾ ਹੈਗਾ। ਠੀਕ ਹੈ ਸਰ। ਜਦੋਂ ਤੁਸੀਂ ਮਾਰਕੀਟ ਦੇ ਵਿੱਚ ਜਾਓਗੇ ਨਾ, ਸ਼ੌਪਕੀਪਰ ਨੂੰ ਤੁਸੀਂ ਦੱਸੋਗੇ ਵੀ ਤੁਸੀਂ ਕਿਸ ਚੀਜ਼ ਦੇ ਵਾਸਤੇ ਆਪਣਾ ਪ੍ਰਯੋਗ ਕਰਨਾ ਚਾਹੁੰਦੇ ਹੋ। ਕਈ ਵਾਰ ਤਾਂ ਹੁਣ ਅਸੀਂ ਜਿਹੜਾ ਆਪਣੇ ਘਰ ਵਾਸਤੇ ਯੂਜ਼ ਕਰਨਾ ਹੈ, ਮੰਨ ਲਓ ਤੁਸੀਂ ਆਪਣੇ ਘਰੇ ਯੂਜ਼ ਕਰਨਾ ਹੈ, ਤਾਂ ਘਰ ਜਿਹੜਾ ਯੂਜ਼ ਕਰਨਾ ਹੈ ਅਸੀਂ ਆਪਣੇ, ਉਹ ਅਸੀਂ ਯੂਜ਼ ਕਰਨਾ ਹੈ ਡਰਾਈ ਪਾਊਡਰ। ਡਰਾਈ ਪਾਊਡਰ ਤਾਂ ਯੂਜ਼ ਕਰਨਾ, ਇਹ ਸਾਰਿਆਂ ਦੇ ਕੰਮ ਆ ਜਾਏਗਾ। ਅਗਰ ਸਪੋਜ਼ ਕਰੋ ਤੁਹਾਡਾ ਕੰਮ ਹੈਗਾ ਬਿਜਲੀ ਦੇ, ਤੁਸੀਂ ਉਪਕਰਨਾਂ ਦਾ ਕਿਤੇ ਕੰਮ ਕਰਦੇ ਹੋ, ਤੁਸੀਂ ਐਸੀ ਫੈਕਟਰੀ ਲੱਗੇ ਹੋਏ ਹੋ ਜਿੱਥੇ ਇਲੈਕਟ੍ਰੀਕਲ ਦਾ ਕੰਮ ਹੁੰਦਾ, ਜਿਵੇਂ ਪੰਜਾਬ ਰਾਜ ਬਿਜਲੀ ਬੋਰਡ ਦੇ ਵਿੱਚ ਕੰਮ ਨੇ, ਠੀਕ ਹੈ, ਤਾਂ ਉੱਥੇ ਜਿਹੜਾ ਅਸੀਂ ਯੂਜ਼ ਕਰਨਾ ਹੈਗਾ ਉਹ CO2 ਯੂਜ਼ ਕਰਨਾ ਹੈਗਾ। ਉੱਥੇ ਅਸੀਂ ਵਾਟਰ ਵਾਲਾ ਯੂਜ਼ ਨਹੀਂ ਕਰਨਾ, ਕਿਉਂਕਿ ਇਹਦੇ ਵਿੱਚ ਹੁੰਦਾ ਪਾਣੀ। ਇਹ ਪਾਣੀ ਵਾਸਤੇ ਲਿਖਿਆ। ਉਸ ਤੋਂ ਬਾਅਦ ਵੈਟ ਕੈਮੀਕਲ ਹੈਗਾ, ਇਹ ਹੈਗਾ ਕੁਕਿੰਗ ਆਇਲ ਫਾਇਰਸ। ਵੀ ਜਿਹੜੀਆਂ ਅੱਗ ਜਿਹੜੀ ਲੱਗਦੀ ਹੈ, ਕੁਕਿੰਗ ਆਇਲ ਫਾਇਰਸ ਹੁੰਦੀਆਂ ਨੇ ਜਿਹੜੇ ਸਾਡੇ ਸਿਲੰਡਰਸ ਤੋਂ ਜਾਂ ਕੁਝ ਖਾਣਾ ਬਣਾਉਣ ਸਮੇਂ ਜਿਹੜੀਆਂ ਅੱਗ ਲੱਗਦੀਆਂ ਨੇ, ਉਹਨਾਂ ਨੂੰ ਕਵਰ ਕਰਨ ਵਾਸਤੇ। ਇਹ ਅਲੱਗ-ਅਲੱਗ ਟਾਈਪਸ ਦੇ ਨੇ। ਇਹਨਾਂ ਵਿੱਚ ਸਭ ਤੋਂ ਮਹਿੰਗਾ ਡਰਾਈ ਪਾਊਡਰ ਹੈ। ਠੀਕ ਹੈ ਸਰ। ਠੀਕ ਹੈ, ਹੋਰ ਸਵਾਲ ਪੁੱਛੋ ਤੁਸੀਂ ਕੋਈ ਹੋਰ। ਥੈਂਕ ਯੂ ਸਰ। ਵੈਲਕਮ। ਅਗਲਾ ਬੱਚਾ ਕੋਈ ਸਵਾਲ ਪੁੱਛਣਾ ਚਾਹੇ ਤਾਂ ਮੈਨੂੰ ਪੁੱਛ ਸਕਦਾ ਹੈ। ਤੁਸੀਂ ਹੈਂਡ ਰੇਜ਼ ਕਰ ਸਕਦੇ ਹੋ, ਮੈਨੂੰ ਪਤਾ ਲੱਗ ਜਾਏਗਾ।
ਹੈਲੋ, ਹਾਂਜੀ ਪੁੱਛੋ। ਗੁੱਡ ਮਾਰਨਿੰਗ ਸਰ। ਗੁੱਡ ਮਾਰਨਿੰਗ। ਹਾਂਜੀ ਸਰ, ਮੈਂ ਉਹ ਜਿਹੜਾ ਤੁਸੀਂ ਡਿਸਕਸ ਕਰਦੇ ਸੀ ਸਨੇਕ ਬਾਰੇ, ਸੱਪ ਬਾਰੇ, ਹਾਂਜੀ ਤੁਸੀਂ ਹਾਂਜੀ ਕਹਿੰਦੇ ਸਾਬਣ ਨਾਲ ਧੋ ਲਓ, ਤੇ ਇਹ ਤੇ ਕਹਿੰਦੇ ਨਾਲ ਜੋ ਸੱਪ ਡਸਦਾ ਵਿੱਚ ਹੈ ਨਾਲ ਦੇ ਨਾਲ ਸਾਰੀ ਬੋਡੀ 'ਚ ਫੈਲ ਜਾਂਦੀ ਹੈ। ਦੇਖੋ ਡਿਪੈਂਡ ਕਰਦਾ ਹੈ ਵੀ ਜਿਹੜਾ ਸੱਪ ਨੇ ਤੁਹਾਨੂੰ ਵੱਢਿਆ ਹੈਗਾ, ਵੀ ਉਹ ਤੁਹਾਨੂੰ ਜਿਹੜਾ ਸੱਪ ਨੇ ਵੱਢਿਆ ਹੈਗਾ ਉਹ ਉਸਦੇ ਜ਼ਹਿਰ ਤੇ ਨਿਰਭਰ ਕਰਦਾ ਹੈ। ਅਗਰ ਤਾਂ ਹੁਣ ਬੰਦੇ ਨੂੰ ਵਾਢੀ ਕੋਬਰਾ ਸੱਪ ਨੇ ਲਿਆ ਵੱਡੇ ਨੇ, ਫਿਰ ਤਾਂ ਹਾਂਜੀ ਉਹਨੂੰ ਬਹੁਤ ਥੋੜਾ ਟਾਈਮ ਹੋਏਗਾ ਉਸਨੂੰ, ਕਿਉਂਕਿ ਕੋਬਰਾ ਸਭ ਤੋਂ ਜ਼ਹਿਰੀਲਾ ਸੱਪ ਹੈ। ਅਗਰ ਹੁਣ ਜਿਹੜੇ ਸਾਡੇ ਆਪਣੇ ਇੱਥੇ ਘਰਾਂ ਦੇ ਨੇੜੇ ਨੇੜੇ ਹੁੰਦੇ ਨੇ, ਉਹ ਕੋਬਰਾ ਨਹੀਂ ਹੁੰਦੇ, ਉਹ ਛੋਟੇ ਮੋਟੇ ਆਮ ਸੱਪ ਹੁੰਦੇ ਨੇ। ਉਹਨਾਂ ਨੂੰ ਜੇਕਰ ਤੁਹਾਨੂੰ ਵੱਢ ਲੈਂਦਾ ਹੈਗਾ ਤਾਂ ਤੁਸੀਂ ਜਿਹੜਾ ਹੈਗਾ ਥੋੜੀ ਦੇਰ ਅਗਰ ਉਹਨੂੰ ਨਾਲ ਦੀ ਨਾਲ ਸਾਫ਼ ਕਰਕੇ ਵਾਟਰ ਨਾਲ, ਸਾਬਣ ਨਾਲ, ਤਾਂ ਤੁਸੀਂ ਉਹਨੂੰ ਜਿਹੜਾ ਹਸਪੀਟਲਾਈਜ਼ ਚਲੇ ਜਾਵੋ ਤਾਂ ਤੁਸੀਂ ਬਚ ਸਕਦੇ ਹੋ, ਕੋਈ ਦਿੱਕਤ ਨਹੀਂ ਹੈ। ਇੰਜੈਕਸ਼ਨ ਲੱਗ ਜਾਂਦੇ ਆ ਅੱਜ ਕੱਲ੍ਹ, ਕੋਈ ਐਸੀ ਦਿੱਕਤ ਨਹੀਂ ਹੈ, ਜੀ ਹਸਪੀਟਲ ਤੁਹਾਨੂੰ ਜਾਣਾ ਪਏਗਾ। ਓਕੇ ਸਰ, ਹੋਰ ਥੈਂਕ ਯੂ ਕੁਛ? ਸਰ। ਥੈਂਕ ਯੂ। ਹੋਰ ਪੁੱਛੋ ਸਵਾਲ। ਨੈਕਸਟ ਪੁੱਛੋ ਜੀ ਪੁੱਛਣਾ। ਮਨਪ੍ਰੀਤ ਸਿੰਘ ਜੀ ਤੁਸੀਂ ਪੁੱਛ ਸਕਦੇ ਹੋ, ਆਪਣਾ ਸਵਾਲ ਪੁੱਛੋ ਜੀ। ਪੁੱਛੋ ਜਿਹਨੇ ਸਵਾਲ ਪੁੱਛਣਾ ਅਗਲਾ, ਮੈਂ ਅਨਮਿਊਟ ਕਰ ਦਿੰਦਾ, ਤੁਸੀਂ ਹੱਥ ਰੇਜ਼ ਕਰੋ। ਪੁੱਛੋ ਜੀ ਮਨਪ੍ਰੀਤ ਜੀ, ਸਵਾਲ ਪੁੱਛੋ। ਹੈਲੋ ਸਰ। ਹਾਂਜੀ ਹਾਂਜੀ ਪੁੱਛੋ, ਤੁਸੀਂ ਸਵਾਲ ਪੁੱਛੋ ਆਪਣਾ, ਮੈਨੂੰ ਸੁਣ ਰਿਹਾ ਹੈ। ਹੈਲੋ ਸਰ। ਹਾਂਜੀ ਹਾਂਜੀ ਹੈਲੋ, ਬੋਲੋ ਸਵਾਲ ਪੁੱਛੋ ਤੁਸੀਂ ਆਪਣਾ। ਹੈਲੋ। ਹਾਂਜੀ ਹਾਂਜੀ ਪੁੱਛੋ, ਸਵਾਲ ਪੁੱਛੋ। ਮਨਪ੍ਰੀਤ ਸਿੰਘ ਜੀ ਸਵਾਲ ਸਰ ਜੀ ਪੁੱਛੋ ਗੁੱਡ ਤੁਸੀਂ ਮਾਰਨਿੰਗ ਆਪਣਾ। ਜੀ। ਗੁੱਡ ਮਾਰਨਿੰਗ ਜੀ, ਹੈਲੋ ਸਵਾਲ ਪੁੱਛੋ। ਹੈਲੋ। ਹਾਂਜੀ ਹੈਲੋ ਹਾਂਜੀ ਬੋਲੋ। ਤੁਸੀਂ ਹੈਲੋ ਆਪਣੇ ਆਪ ਨੂੰ ਅਨਮਿਊਟ ਕਰੋ, ਮੈਨੇ ਤੁਹਾਨੂੰ ਕਰਤਾ ਹੈਗਾ। ਦਾਊਦ। ਹੈਲੋ ਹੈਲੋ। ਹਾਂਜੀ ਹਾਂਜੀ ਪੁੱਛੋ, ਸਵਾਲ ਪੁੱਛੋ ਤੁਸੀਂ ਆਪਣਾ। ਹੈਲੋ। ਹਾਂਜੀ ਹਾਂਜੀ ਬੋਲੋ, ਮੈਂ ਸੁਣ ਰਿਹਾ, ਤੁਸੀਂ ਸਵਾਲ ਪੁੱਛੋ ਆਪਣਾ। ਹਾਂ ਸਰ। ਹਾਂਜੀ ਬੋਲੋ। ਥੈਂਕ ਯੂ। ਨਿਰੰਜਨ ਜੀ ਤੁਸੀਂ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ? ਤੁਹਾਨੂੰ ਮੈਂ ਅਨਮਿਊਟ ਕੀਤਾ ਹੈ। ਦੇਖੋ ਜਿਸਨੇ ਕੋਈ ਸਵਾਲ ਪੁੱਛਣਾ ਹੈ ਉਹ ਆਪਣਾ ਹੈਂਡ ਰੇਜ਼ ਕਰੇਗਾ, ਹੈਂਡ ਰੇਜ਼ ਕਰਨ ਤੇ ਮੈਂ ਉਸਨੂੰ ਅਨਮਿਊਟ ਕਰ ਦਵਾਂਗਾ। क्या कर रहा है सारा हिसाब तू कितने जा रहा है यीशु। ਹੈਲੋ ਹਾਂਜੀ ਬੋਲੋ। ਹਾਂਜੀ ਉਮੇਸ਼ ਸਰ ਜੀ, ਜਿਹੜਾ ਤੁਹਾਡਾ ਹਾਂਜੀ ਅੱਜ ਦਾ ਟੌਪਿਕ ਸੀਗਾ ਉਹ ਬਹੁਤ ਹੀ ਵਧੀਆ ਸੀਗਾ, ਬੜਾ ਰਿਲਾਇਬਲ ਸੀਗਾ, ਸੋ ਤਾਂ ਬੜਾ ਹੈਲਪਫੁਲ ਰਹੇਗਾ। ਬੱਚੇ ਛੋਟੀਆਂ ਗਲਤੀਆਂ ਕਰ ਲੈਂਦੇ ਆ ਵਰਕਸ਼ਾਪ ਦੇ ਵਿੱਚ, ਤੇ ਠੀਕ ਹੈ ਬੱਚਿਆਂ ਲਈ ਜੀ, ਬੜਾ ਵਧੀਆ ਰਹੇਗਾ। ਠੀਕ ਹੈ ਮੈਡਮ। ਤੁਸੀਂ ਕੁਐਸਚਨ ਪੁੱਛੋ, ਕੋਈ ਸਵਾਲ ਪੁੱਛਣਾ ਚਾਹੋ ਮੇਰੇ ਤੋਂ। ਤੇ ਤੁਸੀਂ ਇਹ ਜੇ ਫਰੂਟਫੁਲ ਲੈਕਚਰ ਸਰ ਹੋਰ ਅੱਗੇ ਲੈ ਕੇ ਆਇਓ, ਬੜਾ ਅੱਛਾ ਲੱਗਦਾ ਹੈ। ਹਾਂ ਮੈਡਮ, ਅਸੀਂ ਇਹਦੀ ਜਿਹੜੀ ਸੀਰੀਜ਼ ਚੱਲ ਰਹੀ ਹੈ ਨਾ ਇਹਨਾਂ ਚੈਪਟਰਸ ਦੀ, ਹਾਂਜੀ 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 ਉਹ ਅਸੀਂ ਹੁਣ ਚਲਾ ਕੇ ਰੱਖਾਂਗੇ ਮੈਡਮ, ਜ਼ਰੂਰ ਜੀ। ਥੋੜਾ ਜਿਹਾ ਜਿਹੜੇ ਬੱਚੇ ਦੇਖੋ ਜਿਹੜੇ ਨਹੀਂ ਸਵਾਲ ਪੁੱਛਣਾ ਚਾਹੁੰਦੇ ਉਹ ਆਪਣੇ ਆਪ ਨੂੰ ਅਨਮਿਊਟ ਕਰ ਲੈਣ, ਤਾਂ ਕਿ ਬਾਕੀ ਕੋਈ ਕੁਐਸਚਨ ਅਗਰ ਕੋਈ ਕਰਨਾ ਚਾਹੇ ਤਾਂ ਉਹ ਕਰ ਸਕਦਾ ਹੋਵੇ ਮੇਰੇ ਤੋਂ। ਤੁਸੀਂ ਹੈਂਡ ਰੇਜ਼ ਕਰੋਗੇ, ਮੈਂ ਆਪਣੇ ਆਪ ਤੁਹਾਨੂੰ ਲੈ ਲਾਂਗਾ। ਪਰਮਜੀਤ ਜੀ ਤੁਸੀਂ ਥੋੜਾ ਜਿਹਾ ਦੇਖੋ ਹੋ ਰਿਹਾ। ਹਾਂਜੀ ਉਮੇਸ਼ ਸਰ। ਸਰ ਦੇਖੋ ਜਿਹੜੇ ਬੱਚਿਆਂ ਦੇ ਹੈਂਡ ਰੇਜ਼ ਆ, ਲੈ ਲਓ ਸਵਾਲ, ਲੈ ਲਓ ਉਹਨਾਂ ਦਾ। ਮੈਂ ਲੈ ਲਿਆ, ਉਹ ਜਿਹੜੇ ਸੀਗੇ ਹੋ ਗਏ, ਹੈਂਡ ਰੇਜ ਹੁਣ ਹੈ ਨਹੀਂ ਕੋਈ ਵੀ। ਠੀਕ ਹੈ, ਤਾਂ ਫਿਰ ਇਹਨੂੰ ਆਪਾਂ ਸਮ ਅਪ ਕਰ ਦਈਏ, ਇਹਨੂੰ ਖਤਮ ਕਰੀਏ ਬਸ 5 ਮਿੰਟ 'ਚ। ਚਲੋ ਠੀਕ ਹੈ ਸਰ, ਜਿੱਦਾਂ ਤੁਸੀਂ ਸਹੀ ਲੱਗਦੇ ਆ। ਹਾਂਜੀ ਬਹੁਤ ਵਧੀਆ ਸਰ ਸੀਗਾ, ਵੈਰੀ ਇਨਫੋਰਮੇਟਿਵ ਸੀ ਜੋ ਵੀ ਤੁਸੀਂ ਦੱਸਿਆ ਨਾ, ਕਿਉਂਕਿ ਅੱਜ ਥੈਂਕ ਕੱਲ੍ਹ ਇਹ ਜ਼ਰੂਰਤ ਹੈ ਹਰ ਇੱਕ ਘਰ ਵਾਸਤੇ, ਹਰ ਇੱਕ ਇੰਡਸਟਰੀ ਵਾਸਤੇ, ਹਰ ਇੱਕ ਆਈਟੀ ਵਾਸਤੇ, ਹਰ ਜਗ੍ਹਾ ਜ਼ਰੂਰਤ ਹੈ ਇਸ ਚੀਜ਼ ਦੀ, ਜੋ ਤੁਸੀਂ ਹੁਣੇ ਸਾਰਾ ਦੱਸ ਕੇ ਹਟੇ ਆ। ਹਾਂਜੀ ਸਰ, ਥੈਂਕ ਯੂ ਸਰ। ਮੈਂ ਇਹਨੂੰ ਸਮ ਅਪ ਕਰ ਦਿੰਦਾ, ਅਗਰ ਕੁਝ ਬੱਚੇ ਬਾਅਦ ਵਿੱਚ ਆਏ ਨੇ, ਐਂਟਰ ਕੀਤਾ ਉਹਨਾਂ ਨੇ, ਤਾਂ ਮੈਂ ਇਹਨੂੰ ਥੋੜਾ ਜਿਹਾ ਸਮ ਅਪ ਕਰਦੇ ਹੋਏ ਲੈ ਕੇ ਚੱਲਾਂਗਾ ਕਿ
ਦੇਖੋ ਜਿਹੜੀ ਅੱਜ ਦੇ ਸਮੇਂ ਵਿੱਚ ਸਾਨੂੰ ਹੈਲਥ ਔਰ ਸੇਫਟੀ ਦਾ ਆਪਣਾ ਧਿਆਨ ਰੱਖਣਾ ਹੈਗਾ। ਕਰੋਨਾ ਵਾਇਰਸ ਤੋਂ ਤਾਂ ਅਸੀਂ ਬਚਣਾ ਹੀ ਬਚਣਾ, ਉਹ ਤਾਂ ਅਸੀਂ ਦੇਖ ਹੀ ਰਹੇ ਹਾਂ। ਇਸ ਤੋਂ ਇਲਾਵਾ ਜਿਹੜੀ ਅਸੀਂ ਸੇਫਟੀ ਹੈਗੀ ਉਹ ਸਾਡੀ 4 ਤਰ੍ਹਾਂ ਦੀ ਹੈ: ਪਰਸਨਲ, ਮਕੈਨੀਕਲ, ਇਲੈਕਟ੍ਰੀਕਲ ਐਂਡ ਜਨਰਲ। ਪਰਸਨਲ ਸੇਫਟੀ ਦੇ ਵਿੱਚ ਅਸੀਂ ਸਿਰਫ ਆਪਣੇ ਕੱਪੜਿਆਂ ਦਾ ਧਿਆਨ ਰੱਖਣਾ ਹੈ ਕਿ ਅਸੀਂ ਟਾਈਟ ਕੱਪੜੇ ਪਾ ਕੇ ਫੈਕਟਰੀਆਂ ਦੇ ਵਿੱਚ ਜਾਂ ਕਿਤੇ ਵੀ ਕੰਮ ਕਰਨ ਜਾਣਾ ਹੈ ਉੱਥੇ ਜਾਣਾ ਹੈ। ਲੂਜ਼ ਕੱਪੜੇ ਕਦੇ ਨਹੀਂ ਪਾਣੇ, ਕੋਈ ਕੜਾ, ਬੈਲਟ, ਟਾਈ ਦਾ ਪ੍ਰਯੋਗ ਨਹੀਂ ਕਰਨਾ। ਸ਼ੂਜ਼ ਪਾ ਕੇ ਜਾਣੇ ਹੈ। ਵੀ ਸ਼ੇਪ ਚੱਪਲ ਦਾ ਜਿਹੜਾ ਅਸੀਂ ਪ੍ਰਯੋਗ ਨਹੀਂ ਕਰਨਾ, ਕਿਉਂਕਿ ਜੇ ਸਾਡੇ ਵਾਲ ਖੁੱਲੇ ਰਹਿ ਜਾਂਦੇ ਆ ਤਾਂ ਉਹਦੇ ਨਾਲ ਐਕਸੀਡੈਂਟ ਹੋਣ ਦੇ ਬਹੁਤ ਜ਼ਿਆਦਾ ਚਾਂਸਿਸ ਹੁੰਦੇ ਨੇ। ਹਜੇ ਥੋੜੇ ਦਿਨ ਪਹਿਲਾਂ ਅਖਬਾਰ 'ਚ ਵੀ ਇੱਕ ਖਬਰ ਲੱਗੀ ਸੀ ਕਿ ਇੱਕ ਛੋਟੀ ਬੱਚੀ ਜਿਹੜੀ ਆ ਉਹਦੇ ਜਿਹੜੇ ਵਾਲ ਹੈ ਜਨਰੇਟਰ ਦੇ ਵਿੱਚ ਫਸ ਗਏ ਸੀ ਤੇ ਜਿਸ ਕਰਕੇ ਐਕਸੀਡੈਂਟ ਹੋਇਆ ਹੈਗਾ। ਔਰ ਜੇ ਅਸੀਂ ਖੁੱਲੇ ਕੱਪੜੇ ਪਾਉਂਦੇ ਆ, ਸਾਡੀ ਕੋਈ ਵੀ ਚੀਜ਼ ਹੈ ਜਿਹੜੀ ਉਹ ਮਸ਼ੀਨ ਦੇ ਵਿੱਚ ਫਸ ਜਾਂਦੀ ਹੈ ਪੱਟੇ ਦੇ ਵਿੱਚ, ਤੇ ਸਾਡਾ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈਗਾ, ਕਿਉਂਕਿ ਮਸ਼ੀਨ ਦਾ ਆਪਣਾ ਦਿਮਾਗ ਨਹੀਂ ਹੈਗਾ। ਇਸ ਕਰਕੇ ਕਾਰੀਗਰਾਂ ਨੂੰ ਚਾਹੀਦਾ ਹੈ ਕਿ ਉਹ ਬੜੀ ਸਜਗਤਾ ਦੇ ਨਾਲ ਕੰਮ ਕਰਨ, ਮਸ਼ੀਨ ਦੇ ਉੱਪਰ ਪੂਰਾ ਧਿਆਨ ਦੇ ਕੇ ਕੰਸੈਂਟਰੇਸ਼ਨ ਦੇ ਨਾਲ ਕੰਮ ਕਰਨ। ਅਸੀਂ ਬੜੇ ਐਕਸੀਡੈਂਟ ਦੇਖ ਲਏ, ਜਿਹੜੇ ਚਾਰਾ ਕੱਟਣ ਵਾਲੀਆਂ ਮਸ਼ੀਨਾਂ ਤੇ ਕੰਮ ਕਰ ਰਹੇ ਆ ਬੰਦੇ, ਜਾਂ ਜਿਹੜੇ ਤੁਸੀਂ ਗੰਨੇ ਦੀਆਂ ਜੂਸ ਦੀਆਂ ਮਸ਼ੀਨਾਂ ਤੇ ਖੜੇ ਆ ਬੰਦੇ, ਉਹ ਕਾਫੀ ਜੋਖਿਮ ਲੈ ਰਹੇ ਨੇ। ਅਸੀਂ ਜਿਹੜਾ ਵੀ ਗਾਰਡਸ ਜਿਹੜੇ ਨੇ ਇਹਨਾਂ ਦਾ ਪ੍ਰਯੋਗ ਕਰੀਏ ਤਾਂ ਕਿ ਅਸੀਂ ਦੁਰਘਟਨਾਵਾਂ ਤੋਂ ਬਚੀਏ। ਔਰ ਮੋਟਰਸਾਈਕਲਾਂ ਦੇ ਉੱਪਰ ਸਾੜੀ ਗਾਰਡ ਦਾ ਪ੍ਰਯੋਗ ਕਰੀਏ ਤਾਂ ਕਿ ਕੱਪੜਾ ਫਸਣ ਨਾਲ, ਕਈ ਵਾਰੀ ਦੁਪੱਟਾ ਫਸਣ ਨਾਲ ਜਿਹੜਾ ਹੈ ਨੁਕਸਾਨ ਹੋ ਰਹੇ ਨੇ। ਚਲਦੀ ਮਸ਼ੀਨ ਨੂੰ ਕਦੇ ਤੇਲ ਨਾ ਦਈਏ, ਇਹ ਆਪਣਾ ਨਿਯਮ ਬਣਾਈਏ, ਚਾਹੇ ਘਰ ਹੋਵੇ ਚਾਹੇ ਫੈਕਟਰੀ। ਉਸ ਤੋਂ ਬਾਅਦ ਜਿਹੜੇ ਇਲੈਕਟ੍ਰੀਕਲ ਜਿਹੜੇ ਐਕਸੀਡੈਂਟ ਹੋ ਰਹੇ ਨੇ ਉਹ ਓਵਰਲੋਡਿੰਗ ਕਰਕੇ, ਸ਼ਾਰਟ ਸਰਕਟ ਕਰਕੇ ਹੋ ਰਹੇ ਨੇ। ਸਾਨੂੰ ਚਾਹੀਦਾ ਹੈ ਕਿ ਅਸੀਂ ਆਪਣੇ ਘਰ ਦੇ ਵਿੱਚ ਕਿਸੇ ਮੋਟੇ ਰੱਸੇ ਦਾ ਵੀ ਇੰਤਜ਼ਾਮ ਰੱਖੀਏ, ਥੋੜਾ ਜਿਹਾ 10 ਮੀਟਰ ਜਿੰਨਾ, ਤਾਂ ਕਿ ਜੇ ਕਦੇ ਕਿਸੇ ਨੂੰ ਕੋਈ ਕਰੰਟ ਲੱਗਦਾ ਹੈ ਤਾਂ ਅਸੀਂ ਉਸਨੂੰ ਰੱਸੇ ਦੇ ਨਾਲ ਪਾ ਕੇ ਖਿੱਚਣਾ ਹੈਗਾ। ਅਸੀਂ ਉਸਨੂੰ ਹੱਥ ਲਾ ਕੇ ਨਹੀਂ ਖਿੱਚਣਾ, ਨਹੀਂ ਤਾਂ ਸਾਨੂੰ ਵੀ ਕਰੰਟ ਲੱਗ ਜਾਏਗਾ। ਇਹ ਅਰਥ ਦੀ ਜਿਹੜੀ ਵਾਇਰਿੰਗ ਹੈ, ਅਰਥਿੰਗ ਅਸੀਂ ਆਪਣੇ ਘਰਾਂ ਵਿੱਚ ਜ਼ਰੂਰ ਕਰਾਈਏ। ਇਹ ਕੋਈ ਮਹਿੰਗੀ ਨਹੀਂ ਹੈਗੀ ਹੈ। ਅਰਥ ਕਰਾਉਣ ਵਾਸਤੇ ਤੁਹਾਡਾ ਸਿਰਫ 2000 ਰੁਪਏ ਦਾ ਖਰਚਾ ਹੈਗਾ। ਇਹਨੂੰ ਕਰਾ ਕੇ ਤੁਸੀਂ ਆਪਣੇ ਘਰ ਦੀ ਜਿਹੜੀ ਹੈ ਸੁਰੱਖਿਆ ਕਰ ਸਕਦੇ ਹੋ। ਉਸ ਤੋਂ ਬਾਅਦ ਇਹਦੇ ਕਾਰਨ ਦੱਸੇ ਹੋਏ ਨੇ ਅੱਗ ਲੱਗਣ ਦੇ, ਵੀ ਕਿਵੇਂ ਕਿਵੇਂ ਓਵਰਲੋਡਿੰਗ ਹੋ ਰਹੀ ਹੈ ਔਰ ਕੀ ਕੀ ਇਹਦੇ ਨੁਕਸਾਨ ਹੋ ਰਹੇ ਨੇ। ਇਹ ਖੰਭਿਆਂ ਦੇ ਉੱਤੇ ਜਿਹੜੀ ਤੁਸੀਂ ਦੇਖ ਰਹੇ ਹੋ ਹਾਲਾਤ ਬਣ ਰਹੇ ਨੇ। ਉਸ ਤੋਂ ਬਾਅਦ ਸਾਡੇ ਜਿਹੜੇ ਅਸੀਂ ਗੈਸ ਸਿਲੰਡਰਾਂ ਦੇ ਜਿਹੜੇ ਨੁਕਸਾਨ ਸੁਣ ਰਹੇ ਆ ਵੀ ਹੋ ਰਹੇ ਨੇ ਅੱਜ ਦੇ ਸਮੇਂ ਦੇ ਵਿੱਚ, ਇਹ ਉਹ ਚੀਜ਼ਾਂ ਨੇ। ਔਰ ਜਿਹੜੇ ਅਸੀਂ ਫਾਇਰ ਐਕਸਟਿੰਗੁਇਸ਼ਰ ਜਿਹੜੇ ਨੇ ਉਹਨਾਂ ਦਾ ਕਿਵੇਂ ਪ੍ਰਯੋਗ ਕਰਨਾ ਹੈਗਾ, ਕਿਹੜਾ ਸਹੀ ਹੈਗਾ, ਅਸੀਂ ਕਿਹੜੀ ਜਗ੍ਹਾ ਤੇ ਕਿਹੜਾ ਲੈਣਾ ਹੈਗਾ, ਇਸ ਚੀਜ਼ ਨੂੰ ਅਸੀਂ ਧਿਆਨ ਵਿੱਚ ਰੱਖੀਏ। ਸੇਫਟੀ ਨੂੰ ਹਰ ਟਾਈਮ ਉਸਦੀ ਪੂਰੀ ਕੇਅਰ ਕਰੀਏ, ਕਿਉਂਕਿ 24 ਆਵਰ ਹੈਗੀ ਅਸੀਂ ਸੇਫਟੀ ਰੱਖਣੀ ਹੈ। ਇਹ ਨਹੀਂ ਕਿ ਜ਼ਰੂਰੀ ਅਸੀਂ ਫੈਕਟਰੀ ਵਿੱਚ ਕੰਮ ਕਰ ਰਹੇ ਹਾਂ, ਚਾਹੇ ਅਸੀਂ ਆਪਣੇ ਘਰ 'ਚ ਵੀ ਹੈਗੇ ਹਾਂ, ਅਸੀਂ ਉੱਥੇ ਵੀ ਇਸ ਚੀਜ਼ ਦਾ ਧਿਆਨ ਰੱਖੀਏ। ਫਸਟ ਏਡ ਕਿਟਸ ਜਿਹੜੀਆਂ ਨੇ ਆਪਣੇ ਘਰਾਂ ਦੇ ਵਿੱਚ ਜ਼ਰੂਰ ਰੱਖੀਏ, ਚਾਹੇ ਫੈਕਟਰੀ ਹੋਵੇ ਚਾਹੇ ਆਪਣਾ ITI ਹੋਵੇ, ਕਿਤੇ ਵੀ ਅਸੀਂ ਕੰਮ ਕਰਨ ਜਾਂਦੇ ਹਾਂ ਤਾਂ ਅਸੀਂ ਇਸ ਦਾ ਪ੍ਰਯੋਗ ਕਰੀਏ ਔਰ ਫਸਟ ਏਡ ਕਿਟਸ ਨੂੰ ਜਿਹੜਾ ਰੱਖੀਏ ਆਪਣੇ ਨਾਲ। ਆਪਣੀ ਰਿਸਪੌਂਸਿਬਿਲਿਟੀ ਨੂੰ ਸਮਝੀਏ, ਓਵਰਆਲ ਸਿਚੁਏਸ਼ਨ ਨੂੰ ਸਮਝੀਏ। ਜੇ ਕਿਸੇ ਦਾ ਕੋਈ ਐਕਸੀਡੈਂਟ ਹੋ ਗਿਆ ਤਾਂ ਉਸਨੂੰ ਫਸਟ ਏਡ ਦੇ ਕੇ ਉਸਦੀ ਜਾਨ ਬਚਾਈਏ। ਜੇ ਆਪਣੇ ਆਪ ਨੂੰ ਵੀ ਹੋ ਗਿਆ ਤਾਂ ਆਪਣੀ ਵੀ ਜਾਨ ਬਚਾਈਏ। ਇਹ ਜਿਹੜਾ 2 ਮਹੀਨੇ ਨੇ ਜੁਲਾਈ ਔਰ ਅਗਸਤ ਦੇ, ਇਹਦਾ ਵਿੱਚ ਸੱਪ ਕੱਟਣ ਦੇ ਜਿਹੜੇ ਨੇ ਤੁਹਾਨੂੰ ਜ਼ਿਆਦਾ ਐਕਸੀਡੈਂਟ ਸੁਣਨ ਨੂੰ ਮਿਲਣਗੇ। ਸੱਪ ਕੱਟੇ ਤੇ ਕੀ ਕੁਝ ਤੁਸੀਂ ਬਚਾਓ ਕਰਨੇ ਹੈ। ਤਾਂਤਰਿਕ ਕੋਲ ਨਹੀਂ ਜਾਣਾ, ਡਾਕਟਰ ਕੋਲ ਜਾਣਾ ਹੈਗਾ ਔਰ ਜ਼ਖਮ ਨੂੰ ਜਿਹੜਾ ਪਾਣੀ ਔਰ ਸਾਬਣ ਦੇ ਨਾਲ ਤੁਸੀਂ ਵਾਸ਼ ਕਰਨਾ ਹੈ। ਅਗਰ ਕੁੱਤਾ ਵੀ ਕੱਟ ਲਵੇ ਤਾਂ ਵੀ ਠੀਕ ਹੈ ਜੀ। ਤਾਂ ਇਹ ਸਾਰੀਆਂ ਸਾਵਧਾਨੀਆਂ ਜਿਹੜੀਆਂ ਤੁਸੀਂ ਥੋੜ੍ਹੀਆਂ ਰੱਖਦੇ ਹੋਏ ਚੱਲਣਾ ਹੈਗਾ। 5 ਪਾਰਟਿਸਪੈਂਟਸ ਨੇ ਰੇਜ਼ ਹੈਂਡ ਕੀਤਾ, ਮੈਂ ਉਹਨਾਂ ਨੂੰ ਸਵਾਲ ਪੁੱਛ ਲੈਣਾ। ਅਗਰ ਕੋਈ ਸਵਾਲ ਹੈਗਾ ਤੁਹਾਡਾ ਤੇ ਭਵਰਤ ਜੀ ਹੈ, ਉਹਨਾਂ ਨੂੰ ਮੈਂ ਅਨਮਿਊਟ ਕਰ ਰਿਹਾ। ਭਵਰਤ ਜੀ ਤੁਸੀਂ ਸਵਾਲ ਪੁੱਛ ਸਕਦੇ ਹੋ, ਸਵਾਲ ਪੁੱਛੋ। ਤੁਸੀਂ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ, ਪੁੱਛ ਸਕਦੇ ਹੋ ਮੈਨੂੰ, ਤੁਹਾਡਾ ਹੈਂਡ ਰੇਜ਼ ਸੀਗਾ। ਜਿਸ ਕਿਸੇ ਨੇ ਕੋਈ ਸਵਾਲ ਪੁੱਛਣਾ, ਸਾਡੇ ਕੋਲ 5 ਮਿੰਟ ਦਾ ਟਾਈਮ ਹੈਗਾ। ਹਾਂਜੀ ਪੁੱਛੋ। ਅਸੀਂ ਤੁਹਾਡੀ ਵੇਟ ਕਰ ਰਹੇ ਹਾਂ, ਤੁਹਾਨੂੰ ਕੋਈ ਅਗਰ ਕੁਐਸਚਨ ਲੈਣਾ ਦੱਸੋ।
ਤੁਸੀਂ ਸਵਾਲ ਪੁੱਛ ਸਕਦੇ ਹੋ, ਅਦਰਵਾਈਜ਼ ਮੈਂ ਇਹਨੂੰ ਸਮ ਅਪ ਕਰਤਾ ਹੈਗਾ। ਦਿਨੇਸ਼ ਜੀ ਤੁਸੀਂ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ? ਮੈਂ ਤੁਹਾਨੂੰ ਵੀ ਅਨਮਿਊਟ ਕਰਤਾ ਹੈ। हेलो ਹਾਂਜੀ ਪੁੱਛੋ। नमस्कार सर। ਨਮਸਕਾਰ ਜੀ, ਪੁੱਛੋ ਸਵਾਲ ਪੁੱਛੋ ਤੁਸੀਂ। ਮੋਟਰ ਤੋਂ ਵੀ ਅਰਥ ਆਪਾਂ ਮੋਟਰ ਤੋਂ ਵੀ ਅਰਥ ਕਰ ਸਕਦੇ ਹਾਂ, ਅਰਥ ਵਾਲਾ ਸਵਾਲ ਸੀ ਮੇਰਾ ਜੀ। ਨਹੀਂ, ਮੋਟਰ ਤੋਂ ਅਰਥੀ ਕਿਵੇਂ ਕਰੋਗੇ ਦੱਸੋ? ਜੇ ਆਪਾਂ ਨਹੀਂ ਮੈਨੂੰ ਤੁਹਾਡੀ ਡਾਊਨ ਜੇ ਆਪਾਂ ਅਰਥ ਆਵਾਜ਼ ਹੈਲੋ ਮੈਨੂੰ ਨਾ ਹੈਲੋ ਥੋੜੀ ਜਿਹੀ ਤੁਹਾਡੀ ਆਵਾਜ਼ ਕੱਟ ਰਹੀ ਹੈ। ਹਾਂਜੀ, ਮੈਨੂੰ ਥੋੜੀ ਜਿਹੀ ਤੁਹਾਡੀ ਆਵਾਜ਼ ਕੱਟ ਕੇ ਆ ਰਹੀ ਹੈ। ਤੁਸੀਂ ਮੈਨੂੰ ਸਵਾਲ ਪੁੱਛੋ। ਸਰ ਹਮ ਅਰਥ ਜੀ ਕਰਨਾ ਹੋਵੇ ਆਪਾਂ ਜੀ ਤਾਂ ਮੋਟਰ ਦੇ ਹਾਂਜੀ, ਰਾਹੀਂ ਵੀ ਕਰ ਸਕਦੇ ਹਾਂ ਅਰਥ ਜੀ। ਨਹੀਂ, ਅਰਥ ਕਰਨ ਵਾਸਤੇ ਸਾਨੂੰ ਪਤਾ ਕੀ ਹੈ, ਸਾਨੂੰ ਨਾ ਇੱਕ ਤਕਰੀਬਨ ਇੱਕ ਖੱਡਾ ਕਰਨਾ ਪੈਂਦਾ ਹੈ। ਅਸੀਂ ਤਕਰੀਬਨ ਉਸ ਨੂੰ 60 ਫੁੱਟ ਤੱਕ ਬੋਰ ਕਰਦੇ ਹਾਂ, ਠੀਕ ਹੈ। ਹਾਂਜੀ 60 ਹਾਂਜੀ 60 ਫੁੱਟ ਤੇ ਬੋਰ ਕਰਨ ਤੋਂ ਬਾਅਦ ਸਾਨੂੰ ਇੱਕ ਤਾਂਬੇ ਦੀ ਜਿਹੜੀ ਹੈ ਵਾਇਰ ਚਾਹੀਦੀ ਹੁੰਦੀ ਹੈ, ਮੋਟੀ ਤਾਂਬੇ ਦੀ ਹਾਂਜੀ ਵਾਇਰ ਜਿਹੜੀ ਹੈ ਉਹ, ਉਹਦੇ ਵਿੱਚ ਅਸੀਂ ਕੁਝ ਕੋਇਲਾ ਤੇ 2-3 ਚੀਜ਼ਾਂ ਜਿਵੇਂ ਨਮਕ ਹੋ ਗਿਆ, ਇਹ ਚੀਜ਼ਾਂ ਪਾ ਕੇ ਅਸੀਂ ਉਸ ਨੂੰ ਅਰਥਿੰਗ ਕਰਦੇ ਹਾਂ। ਠੀਕ ਹੈ ਫਿਰ ਜੀ। ਫਿਰ ਉਸ ਨੂੰ ਜਿਹੜੀ ਹੈ ਅਰਥਿੰਗ ਨੂੰ ਆਪਣੇ ਮੇਨ ਜਿਹੜਾ ਸਾਡਾ ਬਿਜਲੀ ਦਾ ਬਕਸਾ ਹੈਗਾ, ਜਿੱਥੇ ਸਾਡੇ ਸਾਰੇ ਪਲੱਗਸ ਨੇ, ਸਵਿਚ ਬੋਰਡ ਹੈ ਜਿਹੜਾ ਸਾਡਾ, ਉੱਥੇ ਉਸ ਨੂੰ ਲੈ ਕੇ ਜਾਣਾ ਹੁੰਦਾ ਹੈ, ਤਾਂ ਅਰਥਿੰਗ ਹੁੰਦੀ ਹੈ। ਠੀਕ ਹੈ ਸਰ। ਜਿਹੜੇ ਤੁਹਾਡੇ ਨਲਕੇ ਦਾ ਬੋਰ ਕਰਦੇ ਨੇ ਨਾ, ਜਿਵੇਂ ਮੋਟਰਾਂ ਦਾ ਬੋਰ ਕਰਨ ਵਾਲੇ ਜਿਹੜੇ ਬੰਦੇ ਨੇ, ਹਾਂਜੀ ਸਰ। ਹੈਲੋ ਤੁਸੀਂ ਹਾਂਜੀ ਪੁੱਛੋ। ਹਾਂਜੀ ਹਾਂਜੀ ਪੁੱਛੋ। ਜਿਹੜੇ ਨਲਕੇ ਦਾ ਬੋਰ ਕਰਦੇ ਨੇ ਉਹਨਾਂ ਨੂੰ ਤੁਸੀਂ ਜਿਹੜਾ ਹੈ ਉਹਨਾਂ ਨਾਲ ਤੁਸੀਂ ਰਮੇਸ਼ ਸਰ ਕੰਟੈਕਟ। ਹਾਂਜੀ ਸਰ। ਹਾਂਜੀ ਪਰਮਜੀਤ ਜੀ ਪੁੱਛੋ ਸਵਾਲ। ਠੀਕ ਹੈ ਸਰ, ਥੈਂਕ ਯੂ ਵੈਰੀ ਮਚ ਜੀ। ਥੈਂਕ ਯੂ ਸਰ, ਬਹੁਤ ਬਹੁਤ ਧੰਨਵਾਦ ਤੁਹਾਡਾ ਔਰ ਸਾਰੇ ਸਟੂਡੈਂਟਸ ਦਾ ਬਹੁਤ ਬਹੁਤ ਧੰਨਵਾਦ ਜੀ। ਬਾਏ। ਓਕੇ ਜੀ, ਥੈਂਕ ਯੂ ਥੈਂਕ ਯੂ। ਓਕੇ ਸਰ, ਜਿਸਨੇ ਵੀ ਕੋਈ ਵੀ ਫਿਰ ਵੀ ਕੋਈ ਸਵਾਲ ਕਰਨਾ ਹੋਵੇ ਤਾਂ ਮੇਰਾ ਫੋਨ ਨੰਬਰ ਔਰ ਈਮੇਲ ਤੁਹਾਡੀ ਐਡਰੈਸ ਆਵਾਜ਼ ਦਿੱਤਾ ਬਹੁਤ ਹੈ। ਘੱਟ ਹੋ ਗਈ। ਸਰ ਮੈਂ ਕਹਿ ਰਿਹਾ ਕਿ ਜਿਸਨੇ ਕੋਈ ਵੀ ਸਵਾਲ ਕਰਨਾ ਹੋਵੇ ਤਾਂ ਉਹ ਮੇਰਾ ਜੀਮੇਲ ਐਡਰੈਸ ਔਰ ਫੋਨ ਨੰਬਰ ਦਿੱਤਾ ਹੋਇਆ, ਮੇਰੇ ਨਾਲ ਟਾਈ ਅਪ ਕਰ ਸਕਦੇ ਆ। ਥੈਂਕ ਯੂ ਜੀ। ਥੈਂਕ ਯੂ ਸਰ। ਓਕੇ ਜੀ ਓਕੇ।